और संगत जी अगला जो साडा नैक्सट क्लास है ਜਿਹੜਾ ਸਾਡਾ ਅੱਜ ਦਾ ਦੂਸਰਾ ਟੌਪਿਕ ਹੈ ਸੰਗਤ ਤੇ ਪੰਗਤ ਉੱਤੇ ਉਹਦੀ ਵਿਚਾਰ ਸ਼ੁਰੂ ਕਰੀਏ। ਮੈਂ ਬੇਨਤੀ ਕਰਾਂਗਾ ਜਿਹੜੇ ਸੰਗਤ ਬਾਹਰ ਖੜੀ ਹੈ ਪਲੀਜ਼ ਸਾਹਿਬ ਜੀ ਅੰਦਰ ਆ ਜਾਓ ਤਾਂ ਕਿ ਅਸੀਂ ਅਗਲੀ ਕਲਾਸ ਸਟਾਰਟ ਕਰ ਸਕੀਏ। ਔਰ ਅੱਜ ਹੁਣ ਅਸੀਂ ਜਿਹੜੀ ਸੰਗਤ ਤੇ ਪੰਗਤ ਦੀ ਮਹੱਤਤਾ ਜਿਹੜੀ ਗੁਰੂ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਦਿੱਤੀ, ਪੰਗਤ ਪਹਿਲੇ ਪੰਗਤ ਫਿਰ ਸੰਗਤ। ਸੱਚ ਜਾਣੋ ਜਿਹੜਾ ਗੁਰੂ ਨਾਨਕ ਸਾਹਿਬ ਨੇ 20 ਰੁਪਏ ਦਾ ਲੰਗਰ ਦੀ ਸ਼ੁਰੂਆਤ ਕੀਤੀ ਉਹ ਇਹੋ ਜਿਹੀ ਚੱਲਦੀ ਕਿ ਪੂਰੇ ਸੰਸਾਰ ਦੇ ਅੰਦਰ ਗੁਰੂ ਸਾਹਿਬ ਜਿਵੇਂ ਸਮਝੋ ਜੋ 20 ਰੁਪਏ ਕਦੀ ਮੁੱਕਦੇ ਨਹੀਂ ਪਏ ਔਰ ਅਸੀਂ ਵਿਆਜ ਹੀ ਖਾਈ ਜਾਂਦੇ ਹਾਂ। ਜੇ ਕਰੋਨਾ ਸਮਾਂ ਆਇਆ ਤੇ ਉਹਦੇ ਅੰਦਰ ਜਿਸ ਸਿੱਕੇ ਨਾਲ ਸਾਡੇ ਸਿੱਖ ਵੀਰਾਂ ਨੇ ਅੱਗੇ ਆ ਕੇ ਲੰਗਰ ਲਗਾਏ, ਇਹੋ ਜਿਹੇ ਲੰਗਰ ਲਗਾਏ, ਮੈਂ ਕਹਿੰਦਾ ਜਿਹੜੇ ਵਿਚਾਰੇ ਭੁੱਖਿਆਂ ਨੂੰ ਰੋਟੀ ਨਹੀਂ ਮਿਲਦੀ ਸੀ, ਮੁਹਤਾਜ ਸਨ, ਚਾਹੇ ਉਹ ਝੁੱਗੀ ਸਨ, ਜਿੱਥੇ ਸਨ ਸਿੱਖਾਂ ਨੂੰ ਉੱਥੇ ਜਾ ਕੇ ਵੀ ਲੰਗਰ ਛਕਾਏ। ਤੇ ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਤੇ ਪਹਿਲੇ ਜਿਹੜੀ ਪ੍ਰੇਰਨਾ ਦਿੱਤੀ ਹੈ ਪਹਿਲੇ ਸੰਗਤ ਫਿਰ ਪੰਗਤ। ਅੱਜ ਸੰਗਤ ਤੇ ਪੰਗਤ ਦੇ ਉੱਤੇ ਜੋ ਵਿਚਾਰ ਹੈ ਇਸ ਟੌਪਿਕ ਦੇ ਉੱਤੇ ਮੈਂ ਬੇਨਤੀ ਕਰਾਂਗਾ ਵੀ ਹਰਪਾਲ ਸਿੰਘ ਜੀ ਜਿਹੜੇ ਮੇਰੇ ਨਾਲ ਰੋਜ਼ ਸੇਵਾ ਨਿਭਾ ਰਹੇ ਹਨ, ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਉਹਨਾਂ ਤੇ ਉਸ ਟੌਪਿਕ ਤੇ ਤੁਹਾਡੇ ਨਾਲ ਵਿਚਾਰ ਕਰਨਗੇ। ਦਾਸ ਮਾਫੀ ਚਾਹੇਗਾ, ਮੈਂ ਅੱਗੇ ਕਿਸੇ ਹੋਰ ਪ੍ਰੋਗਰਾਮ ਵਿੱਚ ਪਹੁੰਚਣਾ ਹੈ, ਮੇਰੀ ਇੰਨੀ ਸੇਵਾ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਮੇਰੀ ਝੋਲੀ ਪਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਚੇਅਰਮੈਨ ਸਾਹਿਬ ਨੇ ਦੱਸਿਆ ਸਾਡਾ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਸੰਗਤ ਅਤੇ ਪੰਗਤ। ਜਦੋਂ ਆਪਾਂ ਸੰਗਤ ਦੀ ਗੱਲ ਕਰਦੇ ਹਾਂ, ਸੰਗਤ ਸ਼ਬਦ ਜਿਹੜਾ ਸੰਗ ਤੋਂ ਬਣਿਆ। ਜਦੋਂ ਆਪਾਂ ਇਹਦੇ ਅਰਥਾਂ ਦੀ ਗੱਲ ਕਰਦੇ ਹਾਂ, ਸਾਥ, ਮਿਲਾਪ, ਸਾਥੀਆਂ ਦਾ ਟੋਲਾ, ਸੰਗਠਨ, ਮਜਲਿਸ, ਇਹ ਸਾਰੇ ਅਰਥ ਇਸ ਦੇ ਵਿੱਚ ਮਿਲਦੇ ਨੇ। ਭਾਵ ਇਹਨੂੰ ਆਪਾਂ ਸੌਖੇ ਸ਼ਬਦਾਂ 'ਚ ਸਮਝੀਏ, ਇਕੱਠੇ ਹੋਣ ਦਾ ਥਾਂ, ਜਿੱਥੇ ਆਪਾਂ ਇਕੱਠੇ ਹੋਣਾ ਹੈ, ਮਿਲਣਾ ਹੈ। ਜਦੋਂ ਆਪਾਂ ਇਹਨੂੰ ਧਰਮ ਦੇ ਵਿੱਚ ਗੱਲ ਕਰਦੇ ਹਾਂ, ਵਿਸ਼ੇਸ਼ ਤੌਰ ਤੇ ਜਦੋਂ ਆਪਾਂ ਸਿੱਖੀਜ਼ਮ ਦੀ ਗੱਲ ਕਰਦੇ ਹਾਂ ਤੇ ਸੰਗਤ ਦਾ ਬੜਾ ਸਾਰਾ ਰੁਤਬਾ ਹੈ। ਸੰਗਤ ਨੂੰ ਸਤ ਸੰਗਤ ਕਿਹਾ ਗਿਆ ਹੈ, ਸੰਗਤ ਨੂੰ ਸਾਧ ਸੰਗਤ ਕਿਹਾ ਗਿਆ ਹੈ। ਜਦੋਂ ਆਪਾਂ ਸਤ ਦੀ ਗੱਲ ਕਰਦੇ ਹਾਂ, ਸਤ ਪਰਮਾਤਮਾ ਨੂੰ ਕਿਹਾ ਗਿਆ ਹੈ, ਭਾਵ ਪਰਮਾਤਮਾ ਦੀ ਸੰਗਤ। ਸਾਧ ਸ਼ਬਦ ਗੁਰੂ ਸਾਹਿਬ ਵਾਸਤੇ ਵਰਤਿਆ ਗਿਆ ਹੈ, ਭਾਵ ਗੁਰੂ ਦੀ ਸੰਗਤ। ਔਰ ਸੰਗਤ ਦਾ ਅਸਰ ਕੇਵਲ ਮਨੁੱਖਾਂ ਦਾ ਉੱਪਰ ਇੱਕ ਦੂਜੇ ਉੱਪਰ ਨਹੀਂ ਹੁੰਦਾ, ਜਾਨਵਰ ਵੀ ਇੱਕ ਦੂਸਰੇ ਦਾ ਅਸਰ ਕਬੂਲਦੇ ਨੇ। ਇੱਕ ਵਿਅਕਤੀ ਕਿਸੇ ਦੇ ਘਰ 'ਚ ਵੜਿਆ, ਆਵਾਜ਼ ਆਈ ਜੀ ਆਇਆਂ ਨੂੰ, ਉਹਨੇ ਵੇਖਿਆ ਕੋਈ ਮਨੁੱਖ ਤਾਂ ਬੈਠਾ ਹੀ ਨਹੀਂ, ਤੇ ਕੀ ਦੇਖਦਾ ਹੈ, ਨੁੱਕਰ ਤੇ ਪਿੰਜਰੇ ਦੇ ਵਿੱਚ ਇੱਕ ਤੋਤਾ ਬੈਠਾ ਹੈ, ਜਿਹੜਾ ਮਨੁੱਖ ਦੀ ਸੰਗਤ ਕਰਕੇ ਸਿੱਖ ਚੁੱਕਿਆ ਹੈ ਵੀ ਨਵਾਂ ਬੰਦਾ ਜਦੋਂ ਅੰਦਰ ਐਂਟਰ ਕਰਦਾ ਹੈ ਤੇ ਉਹਨੂੰ ਜੀ ਆਇਆਂ ਨੂੰ ਕਹਿਣਾ। ਇਹ ਸੰਗਤ ਦਾ ਅਸਰ ਹੈ। ਆਪਾਂ ਆਪਣੇ ਪਰਿਵਾਰਾਂ ਵਿੱਚ ਵੇਖਦੇ ਹਾਂ, ਜਿਹੜੇ ਸਾਡੇ ਕੋਲ ਘਰਾਂ ਵਿੱਚ ਪਾਲਤੂ ਜਾਨਵਰ ਨੇ ਤੇ ਜਿਹੜੇ ਗਲੀਆਂ ਵਿੱਚ ਘੁੰਮਦੇ ਜਾਨਵਰ ਨੇ, ਉਹਨਾਂ ਦੇ ਵਿੱਚ ਕਿੰਨਾ ਅਸਰ ਹੈ, ਫਰਕ ਹੈ ਕਿੰਨਾ, ਸੰਗਤ ਦੇ ਅਸਰ ਕਰਕੇ। ਤੁਸੀਂ ਘਰ ਵਿੱਚ ਇੱਕ ਕੁੱਤਾ ਪਾਲਿਆ, ਉਸੇ ਦਾ ਹੀ ਦੂਜਾ ਭਰਾ ਉਹ ਗਲੀ ਵਿੱਚ ਘੁੰਮਦਾ ਪਿਆ, ਖੇਡਦਾ ਪਿਆ, ਉਹਨੂੰ ਨਹੀਂ ਕੁਝ ਪਤਾ, ਪਰ ਜਿਹੜਾ ਪਾਲਤੂ ਜਾਨਵਰ ਹੈ ਉਹ ਤੁਹਾਡੀ ਹਰ ਗੱਲ ਨੂੰ ਬੜੇ ਵਧੀਆ ਤਰੀਕੇ ਨਾਲ ਸਮਝਦਾ ਹੈ, ਕਿਉਂਕਿ ਉਹ ਤੁਹਾਡੀ ਸੰਗਤ ਕਰ ਚੁੱਕਿਆ ਹੈ, ਉਹ ਸਿੱਖ ਚੁੱਕਿਆ ਹੈ। ਸੰਗਤ ਦਾ ਬੜਾ ਸਾਰਾ ਅਸਰ ਹੈ। ਸੰਗਤ ਆਪਾਂ ਜਦੋਂ ਪੜ੍ਹਦੇ ਹਾਂ ਗੁਰਬਾਣੀ ਵਿੱਚ, ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ। ਉਹ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਚੰਦਨ ਦਾ ਰੁੱਖ ਖੁਸ਼ਬੂ ਵਾਲਾ ਰੁੱਖ ਮੰਨਿਆ ਜਾਂਦਾ ਹੈ, ਖੁਸ਼ਬੂ ਵਾਲਾ ਰੁੱਖ ਮੰਨਿਆ ਜਾਂਦਾ ਹੈ। ਕੱਲ ਆਪਾਂ ਆਰਤੀ ਦੇ ਵਿਸ਼ੇ ਤੇ ਗੱਲ ਕੀਤੀ ਸੀ, ਤੇ ਜਦੋਂ ਆਪਾਂ ਆਰਤੀ ਵਿੱਚ ਗੱਲ ਕਰਦੇ ਆ ਨਾ, ਧੂਪ ਮਲ ਆਨ ਲੋ ਪਵਨ ਚਵਰੋ ਕਰੈ, ਇਹ ਮਲਿਆ ਪਰਬਤ ਦੀ ਗੱਲ ਹੈ ਕਿ ਉਥੋਂ ਮਲਿਆ ਪਰਬਤ ਉਹ ਐਸਾ ਪਰਬਤ ਹੈ ਜਿਹਦੇ ਤੇ ਚੰਦਨ ਦੇ ਰੁੱਖ ਨੇ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਮਲਿਆ ਪਰਬਤ ਤੋਂ ਜਿਹੜੀ ਹਵਾ ਆਉਂਦੀ ਹੈ ਨਾ, ਉਹ ਵੀ ਖੁਸ਼ਬੂ ਵਾਲੀ ਹਵਾ ਤੇ ਧੂਪ ਦਾ ਕੰਮ ਕਰਦੀ ਹੈ।
ਭਾਵ ਚੰਦਨ ਦਾ ਰੁੱਖ ਬੜੀ ਸਾਰੀ ਖੁਸ਼ਬੂ ਫੈਲਾਉਂਦਾ ਹੈ, ਤੇ ਜਿਹੜੇ ਚੰਦਨ ਦੇ ਰੁੱਖ ਦੇ ਨਾਲ ਦੂਸਰੇ ਰੁੱਖ ਨੇ ਉਹ ਵੀ ਅਸਰ ਕਬੂਲ ਕਰ ਲੈਂਦੇ ਨੇ, ਉਹ ਵੀ ਅਸਰ ਕਬੂਲ ਕਰ ਲੈਂਦੇ ਨੇ। ਮਿੱਟੀ ਵੀ ਅਸਰ ਕਬੂਲ ਕਰਦੀ ਹੈ। ਜਿਸ ਮਿੱਟੀ ਦੇ ਵਿੱਚ ਕੋਈ ਖੁਸ਼ਬੂਦਾਰ ਫੁੱਲ ਉੱਗੇ ਹੋਣ ਨਾ, ਉਹ ਵੀ ਅਸਰ ਕਬੂਲ ਕਰਦੀ ਹੈ। ਮਿੱਟੀ ਵਿੱਚੋਂ ਵੀ ਸੁਗੰਧੀ ਆਉਂਦੀ ਹੈ। ਸ਼ੇਖ ਸਾਦੀ ਇੱਕ ਬੜਾ ਵੱਡਾ ਚਿੰਤਕ ਹੋਇਆ ਹੈ। ਪੁਰਾਣੇ ਸਮਿਆਂ ਦੇ ਵਿੱਚ ਜਦੋਂ ਆਪਾਂ ਹੱਥ ਸਾਫ਼ ਕਰਦੇ ਸੀ, ਅੱਜ ਕੱਲ੍ਹ ਤਾਂ ਸਾਬਣ ਸ਼ੈਂਪੂ ਬੜਾ ਕੁਝ ਹੈਗਾ ਸਾਡੇ ਕੋਲ, ਹੈਂਡ ਵਾਸ਼ ਹੋ ਗਿਆ, ਬੜਾ ਕੁਝ ਇਸਤੇਮਾਲ ਹੋ ਰਿਹਾ ਹੈ। ਪੁਰਾਣੇ ਸਮੇਂ ਦੇ ਵਿੱਚ ਹੱਥ ਵੀ ਮਿੱਟੀ ਨਾਲ ਸਾਫ਼ ਕੀਤੇ ਜਾਂਦੇ ਸੀ। ਸ਼ੇਖ ਸਾਦੀ ਨੇ ਆਪਣੀ ਪਤਨੀ ਨੂੰ ਕਿਹਾ, ਮੈਨੂੰ ਮਿੱਟੀ ਦੇ, ਮੈਂ ਹੱਥ ਸਾਫ਼ ਕਰਨੇ ਨਹੀਂ। ਉਹਨੇ ਜਦੋਂ ਮਿੱਟੀ ਨਾਲ ਹੱਥ ਸਾਫ਼ ਕਰਨੇ ਚਾਹੇ, ਦੇਖਿਆ ਤੇ ਮਿੱਟੀ ਦੇ ਵਿੱਚੋਂ ਖੁਸ਼ਬੂ ਆ ਰਹੀ ਹੈ। ਉਹ ਕਹਿੰਦਾ ਮਿੱਟੀ ਥੋੜਾ ਏ, ਮੈਂ ਮਿੱਟੀ ਮੰਗੀ ਸੀ, ਇਹ ਮਿੱਟੀ ਵਿੱਚੋਂ ਖੁਸ਼ਬੂ ਆ ਰਹੀ। ਫਿਰ ਉਹ ਆਪਣੀ ਕਵੀ ਹੈ, ਚਿੰਤਕ ਹੈ, ਉਹ ਮਿੱਟੀ ਨੂੰ ਪੁੱਛਦਾ ਵੀ ਕੀ ਹੈ ਇਹ ਖੁਸ਼ਬੂ ਕਿਵੇਂ? ਉਹ ਕਹਿੰਦੀ ਹੈਗੀ ਤਾਂ ਮੈਂ ਖਾਕ ਹੀ ਹਾਂ, ਹੈਗੀ ਤਾਂ ਮੈਂ ਮਿੱਟੀ ਹਾਂ, ਪਰ ਮੇਰੇ ਉੱਤੇ ਗੁਲਾਬ ਦੇ ਫੁੱਲ ਪੈਦਾ ਹੋਏ ਨੇ, ਤੇ ਉਸ ਗੁਲਾਬ ਦੀ ਸੁਗੰਧੀ ਵੀ ਮਿੱਟੀ ਵਿੱਚ ਆ ਗਈ ਹੈ। ਇਹ ਸੰਗਤ ਦਾ ਅਸਰ ਹੈ। ਹੁਣ ਸੰਗਤ ਦਾ ਅਸਰ ਜਦੋਂ ਆਪਾਂ ਗੱਲ ਕਰਦੇ ਹਾਂ, ਬੜੇ ਸਾਰੇ ਸਾਨੂੰ ਆਪਾਂ ਗੱਲ ਕੀਤੀ ਭਗਤ ਕਬੀਰ ਜੀ ਦੇ ਸ਼ਬਦ ਦੀ ਵੀ ਚੰਦਨ ਦੇ ਬੂਟੇ ਨੇ, ਪਰ ਜਦੋਂ ਆਪਾਂ ਦੂਸਰੇ ਪੱਖ ਤੋਂ ਲੈਨੇ ਆ ਤਾਂ ਚੰਦਨ ਦੇ ਨਾਲ ਕਿਤੇ ਬਾਂਸ ਦਾ ਦਰਖਤ ਲੱਗਿਆ ਹੋਵੇ ਨਾ, ਉਹ ਸੁਗੰਧੀ ਕਬੂਲ ਨਹੀਂ ਕਰਦਾ। ਉਹਦੇ ਵਿੱਚ ਆਪਣੀ ਇੱਕ ਹਉਮੈ ਹੈ, ਕਿਉਂਕਿ ਉਹ ਦਰਖਤ ਬੜਾ ਉੱਚਾ ਹੁੰਦਾ, ਲੰਬਾ ਹੁੰਦਾ, ਵੱਡਾ ਹੁੰਦਾ, ਉਹਨੂੰ ਆਪਣੀ ਇੱਕ ਹਉਮੈ ਹੈ। ਤੇ ਇਸੇ ਕਰਕੇ ਅਸੀਂ ਜਦੋਂ ਦੇਖਨੇ ਆ ਨਾ ਕਿ ਜਿਹੜੇ ਮਨੁੱਖ ਹਉਮੈ ਨਾਲ ਭਰੇ ਨੇ, ਉਹ ਕਿਸੇ ਦੇ ਕੋਲੋਂ ਕੁਝ ਚੰਗਾ ਪ੍ਰਾਪਤ ਨਹੀਂ ਕਰ ਸਕਦੇ। ਜੇ ਚੰਦਨ ਦੇ ਨਾਲ ਵਸਣ ਵਾਲੇ ਬੂਟੇ, ਚੰਦਨ ਦੇ ਨਾਲ ਬਾਕੀ ਜਿਹੜੇ ਦਰਖਤ ਨੇ, ਉਹ ਸੁਗੰਧੀ ਪ੍ਰਾਪਤ ਕਰ ਲੈਂਦੇ ਨੇ, ਪਰ ਬਾਂਸ ਨਹੀਂ ਕਰਦਾ। ਇਸੇ ਕਰਕੇ ਆਪਾਂ ਨੂੰ ਜਿੱਥੇ ਸੰਗ ਕਰਨਾ ਦੱਸਿਆ ਗਿਆ ਹੈ, ਉੱਥੇ ਭੈੜੀ ਸੰਗਤ ਤੋਂ ਬਚਣ ਵਾਸਤੇ ਵੀ ਕਿਹਾ ਗਿਆ। ਪਿੱਛੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ 400 ਸਾਲਾ ਪੁਰਬ ਮਨਾਇਆ, ਤੇ ਉਹਨਾਂ ਸਮਿਆਂ ਦੇ ਵਿੱਚ ਪਾਤਸ਼ਾਹ ਦੀ ਬਾਣੀ ਦਾ ਬਹੁਤ ਸਾਰਾ ਐਸਾ ਪ੍ਰੋਗਰਾਮ ਉਲੀਕਿਆ ਗਿਆ ਕਿ ਪਾਤਸ਼ਾਹ ਦੀ ਬਾਣੀ ਨੂੰ ਆਪਾਂ ਸਮਝਣ ਦਾ ਯਤਨ ਕੀਤਾ। ਕੇਵਲ 59 ਸ਼ਬਦ ਨੇ ਪਾਤਸ਼ਾਹ ਦੇ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਤੇ ਜਦੋਂ ਆਪਾਂ ਸਭ ਤੋਂ ਪਹਿਲਾ ਸ਼ਬਦ ਪੜ੍ਹਦੇ ਹਾਂ ਨਾ, 9ਵੇਂ ਪਾਤਸ਼ਾਹ ਦਾ ਗੌੜੀ ਰਾਗ ਦੇ ਵਿੱਚ, ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਮਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਅਹਨਿਸ ਭਾਗੋ। ਕਹਿੰਦੇ ਆਪਣੇ ਮਨ ਦੇ ਮਾਣ ਨੂੰ ਤਿਆਗੋ, ਕਾਮ ਨੂੰ ਤਿਆਗੋ, ਕ੍ਰੋਧ ਨੂੰ ਤਿਆਗੋ, ਤੇ ਨਾਲ ਦੀ ਨਾਲ ਇਹ ਵੀ ਕਹਿ ਰਹੇ ਨੇ ਸੰਗਤ ਦੁਰਜਨ ਕੀ। ਦੁਰਜਨ ਕੌਣ ਹੋਇਆ? ਜਿਹੜਾ ਭੈੜੀ ਮੱਤ ਵਾਲਾ ਹੋਇਆ, ਜਿਹਨੂੰ ਭਗਤ ਕਬੀਰ ਜੀ ਕਹਿੰਦੇ ਨੇ ਸਾਕਤ ਸੰਗ ਨਾ ਕੀਚੀਐ, ਦੂਰੋਂ ਜਾਈਆਂ ਭਾਗ। ਭੈੜੀ ਸੰਗਤ ਨਹੀਂ ਕਰਨੀ। ਬਚਪਨ ਵਿੱਚ ਆਪਾਂ ਸਕੂਲ ਦੇ ਵਿੱਚ ਪੜ੍ਹਦਿਆਂ ਇੱਕ ਕਹਾਣੀ ਵੀ ਸੁਣੀ। ਇੱਕ ਵਿਅਕਤੀ, ਉਹਦਾ ਬੱਚਾ ਬੜੀ ਭੈੜੀ ਸੰਗਤ ਵਿੱਚ ਪੈ ਗਿਆ, ਆਖੇ ਨਹੀਂ ਲੱਗਦਾ ਹੈ, ਉਹ ਬੜਾ ਚਿੰਤਾ ਵਿੱਚ ਹੈ, ਬੜਾ ਫਿਕਰਮੰਦ ਹੈ। ਸਾਰੇ ਮਾਤਾ ਪਿਤਾ ਫਿਕਰਮੰਦ ਹੁੰਦੇ ਨੇ ਜਦੋਂ ਕਿਤੇ ਬੱਚਾ ਕਿਸੇ ਮਾੜੀ ਸੰਗਤ ਵਿੱਚ ਹੋ ਜਾਵੇ। ਹੁਣ ਉਹਨੂੰ ਕਿਵੇਂ ਸਮਝਾਵੇ? ਉਹਨੇ ਇੱਕ ਤਰੀਕਾ ਖੋਜਿਆ। ਉਹ ਆਪਣੇ ਪੁੱਤਰ ਨੂੰ ਕਹਿੰਦਾ, ਇੱਕ ਪੇਟੀ ਸੇਬ ਦੀ ਲੈ ਕੇ ਆ। ਪੁੱਤਰ ਸੇਬ ਦੀ ਪੇਟੀ ਲੈ ਆਇਆ। ਉਹਨੇ ਆਪਦੇ ਕੋਲੋਂ ਇੱਕ ਗਲਿਆ ਸੜਿਆ ਸੇਬ ਉਸ ਪੇਟੀ ਦੇ ਵਿੱਚ ਰੱਖਿਆ, ਤੇ ਕਹਿੰਦਾ ਪੇਟੀ ਨੂੰ ਫਿਰ ਬੰਦ ਕਰ ਦੇ। ਪੇਟੀ ਸਾਈਡ ਤੇ ਰਖਵਾ ਦਿੱਤੀ। 2 ਦਿਨ ਬਾਅਦ ਕਹਿੰਦਾ ਉਹ ਪੇਟੀ ਵਾਪਸ ਲੈ ਕੇ ਆ। ਉਹ ਪੇਟੀ ਖੋਲੀ, ਉਸ ਇੱਕ ਗਲੇ ਸੜੇ ਸੇਬ ਦੇ ਕਾਰਨ ਬਾਕੀ ਸਾਰੇ ਸੇਬ ਵੀ ਸੜ ਗਏ, ਖਰਾਬ ਹੋ ਗਏ, ਗਲ ਗਏ। ਭੈੜੀ ਸੰਗਤ ਦਾ ਅਸਰ ਜਲਦੀ ਹੁੰਦਾ, ਭੈੜੀ ਮੱਤ ਦਾ ਅਸਰ ਬੜੀ ਜਲਦੀ ਹੁੰਦਾ। ਔਰ ਇਨਸਾਨ ਅੱਜ ਆਪਾਂ ਜਦੋਂ ਗੱਲ ਕਰਦੇ ਹਾਂ, ਅੱਜ ਦਾ ਜੋ ਇੱਥੇ ਸਾਰਾ ਮਾਹੌਲ ਬਣਿਆ, ਜਿਹੜਾ ਵਾਤਾਵਰਨ ਬਣਿਆ ਹੈ, ਭੈੜੀਆਂ ਗੱਲਾਂ, ਮਾੜੀਆਂ ਗੱਲਾਂ ਬੜੀ ਜਲਦੀ ਅਸਰ ਕਰਦੀਆਂ ਨੇ। ਤੇ ਚੰਗੀ ਸੰਗਤ ਦਾ ਅਸਰ ਵੀ ਹੁੰਦਾ ਹੈ, ਪਰ ਉਹ ਸਮਾਂ ਲੈਂਦਾ ਹੈ। ਉਹਨੇ ਇਹ ਗੱਲ ਉੱਥੇ ਸਮਝਾਈ। ਉਹਨੂੰ ਕਹਿੰਦਾ, ਦੇਖ, ਇੱਕ ਭੈੜਾ ਗੰਦਾ ਗਲਿਆ ਸੜਿਆ ਸੇਬ, ਬਾਕੀ ਸਾਰੇ ਸੇਬਾਂ ਨੂੰ ਉਸਨੇ ਆਪਣੇ ਵਰਗਾ ਬਣਾ ਲਿਆ, ਤੇ ਤੂੰ ਜਿਸ ਸੰਗਤ ਵਿੱਚ ਆਇਆ ਤੇ ਦੇਖ ਤੇਰਾ ਕੀ ਹਾਲ ਹੋਏਗਾ।
ਆਪਾਂ ਆਮ ਤੌਰ ਤੇ ਗੱਲ ਅੱਜ ਦੇ ਸਮਾਜ ਵਿੱਚ ਕਹਿੰਦੇ ਆ, ਸੁਣਦੇ ਆ, ਇਹ ਸਾਡੇ ਨਾਲ ਵਾਪਰਦੀਆਂ ਵੀ ਨੇ ਗੱਲਾਂ ਕਿ ਇਹ ਬੱਚਾ ਕਿਉਂ ਵਿਗੜ ਗਿਆ ਹੈ, ਕਿਉਂਕਿ ਇਹ ਸੰਗਤ ਭੈੜੀ ਸੀ, ਇਹ ਨਸ਼ਾ ਕਰਨ ਲੱਗ ਪਿਆ। ਅੱਜ ਤਾਂ ਨਸ਼ਾ ਇੱਕ ਬੜਾ ਵੱਡਾ ਵਿਸ਼ਾ ਬਣਿਆ ਸਾਡੇ ਵਿੱਚ। ਅੱਜ ਸਾਡਾ ਬੜਾ ਸਮਾਜ ਦਾ ਵੱਡਾ ਹਿੱਸਾ ਜਿਹੜਾ ਉਹ ਨਸ਼ਿਆਂ ਦੇ ਵਿੱਚ ਗਰਕ ਹੁੰਦਾ ਜਾ ਰਿਹਾ ਹੈ। ਆਮ ਤੌਰ ਤੇ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ, ਪਰ ਕੇਵਲ ਪੰਜਾਬ ਤੱਕ ਸੀਮਤ ਨਹੀਂ ਹੈ, ਇਹ ਸਾਰੇ ਪਾਸੇ ਇਸ ਤਰ੍ਹਾਂ ਹੀ ਹੈ। ਪੰਜਾਬ ਦਾ ਜ਼ਿਕਰ ਕੁਝ ਜ਼ਿਆਦਾ ਹੁੰਦਾ ਹੈ, ਇਹ ਸਾਰੇ ਪਾਸੇ ਐਸਾ ਹਾਲ ਹੈ ਕਿ ਐਸਾ ਕੁਝ ਕੇਵਲ ਭੈੜੀ ਸੰਗਤ ਦੇ ਕਾਰਨ। ਸੰਗਤ ਕਿੱਥੇ ਹੈ, ਸੰਗਤ ਕੀ ਹੈ? ਹੁਣ ਜਦੋਂ ਆਪਾਂ ਗੱਲ ਕਰਦੇ ਆ ਮਨੁੱਖ ਸੰਗਤ ਦਾ ਅਸਰ ਕਿਵੇਂ ਕਬੂਲਦਾ ਹੈ, ਭੈੜੀ ਸੰਗਤ ਦੀ ਆਪਾਂ ਗੱਲ ਕੀਤੀ। ਹੁਣ ਆਪਾਂ ਇਹ ਗੱਲ ਕਰੀਏ ਵੀ ਸੰਗਤ ਦੇ ਵਿੱਚ ਜਿਵੇਂ ਪਾਤਸ਼ਾਹ, ਕਿਉਂਕਿ ਸੰਗਤ ਦਾ ਜਿਹੜਾ ਵਿਸ਼ਾ ਹੈ, ਜਦੋਂ ਆਪਾਂ ਸਨਾਤਨ ਮਤ ਦੀ ਗੱਲ ਕਰਦੇ ਆ, ਸਨਾਤਨ ਮਤ ਦੇ ਵਿੱਚ ਤੁਸੀਂ ਮੰਦਿਰ ਵਿੱਚ ਜਾਓ, ਉੱਥੇ ਕੇਵਲ ਪੁਜਾਰੀ ਦੇ ਬੈਠਣ ਦਾ ਸਥਾਨ ਹੈ, ਸੰਗਤ ਦਾ ਉੱਥੇ ਕਨਸੈਪਟ ਨਹੀਂ ਹੈ। ਗੁਰੂ ਨਾਨਕ ਸਾਹਿਬ ਨੇ ਸੰਗਤ ਦਾ ਕਨਸੈਪਟ ਆਰੰਭ ਕੀਤਾ ਧਰਮ ਦੀ ਦੁਨੀਆ ਦੇ ਵਿੱਚ। ਗੁਰਦੁਆਰਾ ਸਾਹਿਬ ਦੇ ਵਿੱਚ ਬਕਾਇਦਾ ਅਸਥਾਨ ਨੇ। ਈਵਨ ਕਿ ਆਪਾਂ ਇੱਥੇ ਤੱਕ ਦੇਖੀਏ ਵੀ ਜਦੋਂ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੂਰ ਦੂਰ ਤੱਕ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਗਏ ਨੇ, ਉੱਥੋਂ ਦੇ ਬੜੇ ਸਾਰੇ ਗੁਰਦੁਆਰੇ, ਖਾਸ ਤੌਰ ਤੇ ਬਿਹਾਰ ਬੰਗਾਲ ਵਾਲੀ ਸਾਈਡ ਤੇ ਗੁਰਦੁਆਰਿਆਂ ਦੇ ਨਾਮ ਹੀ ਬੜੀ ਸੰਗਤ ਤੇ ਛੋਟੀ ਸੰਗਤ ਕਰਕੇ ਰੱਖੇ ਗਏ ਨੇ। ਤੁਸੀਂ ਕਲਕੱਤਾ ਜਾਓ, ਬਿਹਾਰ ਸਾਈਡ ਤੇ ਜਾਓ, ਤੁਹਾਨੂੰ ਇਸ ਤਰ੍ਹਾਂ ਮਿਲੇਗਾ ਗੁਰਦੁਆਰਿਆਂ ਦੇ ਨਾਮ ਹੀ, ਕਿਉਂਕਿ ਗੁਰੂ ਸਾਹਿਬ ਨੇ ਸੰਗਤਾਂ ਕਾਇਮ ਕੀਤੀਆਂ। ਗੁਰੂ ਸਾਹਿਬ ਜਿੱਥੇ ਵੀ ਗਏ ਨੇ, ਨਾਲ ਭਾਈ ਮਰਦਾਨਾ ਜੀ ਨੇ। ਭਾਈ ਮਰਦਾਨਾ ਜੀ ਰਬਾਬੀ ਨੇ। ਗੁਰੂ ਸਾਹਿਬ ਬਾਣੀ ਦਾ ਉਚਾਰਨ ਕਰਦੇ ਨੇ, ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ, ਤੇ ਜਿੱਥੇ ਵੀ ਰਬਾਬ ਭਾਈ ਮਰਦਾਨਾ ਜੀ ਵਜਾਉਂਦੇ ਨੇ, ਗੁਰੂ ਸਾਹਿਬ ਬਾਣੀ ਉਚਾਰਦੇ ਨੇ ਤਾਂ ਸੰਗਤ ਹੋ ਜਾਂਦੀ ਹੈ। ਔਰ ਆਪਾਂ ਨੂੰ ਬੜੀਆਂ ਐਸੀਆਂ ਉਦਾਹਰਨਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੀਵਨ ਵਿੱਚੋਂ ਮਿਲ ਜਾਣਗੀਆਂ ਕਿ ਜਿਸ ਕਿਸੇ ਨੇ ਵੀ ਥੋੜਾ ਸਮਾਂ ਵੀ ਗੁਰੂ ਸਾਹਿਬ ਦਾ ਸੰਗ ਕੀਤਾ, ਉਹਨਾਂ ਦਾ ਜੀਵਨ ਕਿਵੇਂ ਬਦਲਿਆ। ਆਪਾਂ ਭੂਮੀ ਚੋਰ ਦੀ ਸਾਖੀ ਪੜ੍ਹਦੇ ਹਾਂ, ਆਪਾਂ ਕੋਡੇ ਭੀਲ ਦੀ ਸਾਖੀ ਪੜ੍ਹਦੇ ਹਾਂ। ਥੋੜਾ ਥੋੜਾ ਸਮਾਂ ਸੰਗ ਹੋਇਆ, ਸੱਜਣ ਦੀ ਸਾਖੀ ਪੜ੍ਹਦੇ ਹਾਂ, ਜਿਹਨੂੰ ਸੱਜਣ ਠੱਗ ਆਪਾਂ ਹੁਣ ਤੱਕ ਵੀ ਕਹੀ ਜਾਂਦੇ ਆ, ਜਦ ਕਿ ਉਹ ਭਾਈ ਸੱਜਣ ਬਣ ਗਏ ਨੇ। ਹੁਣ ਉਹ ਭਾਈ ਸੱਜਣ ਜੀ ਸੱਜਣ ਠੱਗ ਸਨ, ਉਹਨਾਂ ਦਾ ਇੱਕ ਪਹਿਰਾਵਾ ਇਸ ਤਰ੍ਹਾਂ ਦਾ ਸੀ ਕਿ ਲੋਕ ਉਹਨਾਂ ਨੂੰ ਬੜਾ ਧਰਮੀ ਸਮਝਦੇ ਸਨ। ਉਹਨਾਂ ਨੇ ਇੱਕ ਬੜੀ ਵੱਡੀ ਧਰਮਸ਼ਾਲਾ ਬਣਾਈ ਹੋਈ ਸੀ, ਲੋਕ ਉੱਥੇ ਜਾਂਦੇ ਨੇ। ਹੁਣ ਉਸ ਧਰਮਸ਼ਾਲਾ ਦੇ ਵਿੱਚ ਉਹਨਾਂ ਨੇ ਇੱਕ ਮੰਦਿਰ ਵੀ ਬਣਾਇਆ, ਇੱਕ ਮਸਜਿਦ ਵੀ ਬਣਾਈ ਹੈ ਕਿ ਮੇਰੇ ਕੋਲ ਹਰ ਧਰਮ ਦਾ ਬੰਦਾ ਆਵੇ, ਕਿਉਂਕਿ ਦੋ ਵੱਡੇ ਧਰਮ ਨੇ, ਦੋਵਾਂ ਦੇ ਵਾਸਤੇ ਪੂਜਾ ਵਿਧਾਨ ਦਾ ਸਿਸਟਮ ਬਣਾ ਦਿੱਤਾ ਗਿਆ। ਔਰ ਉੱਥੇ ਦੇਖਣਾ ਵੀ ਜਿਹਦੇ ਕੋਲ ਪੈਸਾ ਜ਼ਿਆਦਾ ਹੈ ਉਹਨੂੰ ਮਾਰ ਦੇਣਾ, ਉਹਦਾ ਪੈਸਾ ਆਪਣੇ ਕਬਜ਼ੇ ਵਿੱਚ ਲੈ ਲੈਣਾ। ਔਰ ਉਹਦਾ ਜਿਹੜਾ ਇਹ ਧਰਮਸ਼ਾਲਾ ਜਿਹੜੀ ਬਣੀ ਸ਼ਹਿਰੋਂ ਬਾਹਰ ਬਣੀ ਹੋਈ ਸੀ। ਲੋਕਾਂ ਨੂੰ ਪਤਾ ਸੀ, ਜਿਹੜੇ ਸ਼ਹਿਰ ਦੇ ਤੁਲੰਬਾ ਸ਼ਹਿਰ ਇਤਿਹਾਸ ਵਿੱਚ ਨਾਮ ਲਿਖਿਆ ਜਿਹੜਾ ਪਾਕਿਸਤਾਨ ਵਿੱਚ ਹੈ ਇਸ ਵੇਲੇ, ਲੋਕਾਂ ਨੂੰ ਪਤਾ ਸੀ ਵੀ ਉੱਥੇ ਐਸਾ ਕੁਝ ਹੁੰਦਾ ਹੈ, ਜਿਹੜੇ ਉੱਥੋਂ ਦੇ ਲੋਕ ਰਹਿਣ ਵਾਲੇ ਸਨ। ਹੁਣ ਗੁਰੂ ਨਾਨਕ ਸਾਹਿਬ ਦਾ ਤਾਂ ਮਿਸ਼ਨ ਹੀ ਇਹੀ ਸੀ। ਗੁਰੂ ਨਾਨਕ ਸਾਹਿਬ ਤਾਂ ਚੱਲ ਕੇ ਅਜਿਹੇ ਲੋਕਾਂ ਕੋਲ ਗਏ ਨੇ ਕਿ ਪਤਾ ਹੈ ਵੀ ਸੱਜਣ ਨੇ ਤਾਂ ਕਿਤੇ ਜਾਣਾ ਨਹੀਂ ਕਿਸੇ ਕੋਲ, ਤੇ ਜੇ ਸੱਜਣ ਨਹੀਂ ਜਾਏਗਾ ਤੇ ਇਹ ਕੰਮ ਚੱਲਦਾ ਹੀ ਰਹੇਗਾ, ਇਹਦੇ ਵਿੱਚ ਕੋਈ ਰੁਕਾਵਟ ਨਹੀਂ ਹੋਏਗੀ। ਗੁਰੂ ਨਾਨਕ ਸਾਹਿਬ ਜਾ ਰਹੇ ਨੇ ਉਸ ਰਸਤੇ ਤੇ, ਜਦੋਂ ਜਾਣ ਲੱਗੇ ਨੇ ਤਾਂ ਕਹਿੰਦੇ ਕੁਝ ਲੋਕਾਂ ਨੇ ਕਿਹਾ ਕਿ ਮਹਾਰਾਜ ਇੱਧਰ ਨਾ ਜਾਓ, ਇੱਧਰ ਸੱਜਣ ਰਹਿੰਦਾ ਹੈ, ਤੁਸੀਂ ਦੂਸਰੇ ਰਸਤੇ ਤੇ ਜਾਓ, ਰਸਤਾ ਬਦਲ ਲਓ। ਪਾਤਸ਼ਾਹ ਕਹਿੰਦੇ ਮੈਂ ਤਾਂ ਜਾਣਾ ਹੀ ਉਹਦੇ ਕੋਲ ਹੈ। ਉੱਥੇ ਜਾ ਕੇ ਪਾਤਸ਼ਾਹ ਜਦੋਂ ਰੁਕੇ ਨੇ ਤੇ ਸੱਜਣ ਨੇ ਉਹਨਾਂ ਨੂੰ ਇੱਕ ਕਮਰਾ ਦਿੱਤਾ ਹੈ ਰਹਿਣ ਵਾਸਤੇ, ਤੇ ਹੁਣ ਨਾਲ ਦੇ ਕਮਰੇ 'ਚ ਬੈਠ ਕੇ ਇੰਤਜ਼ਾਰ ਕਰ ਰਿਹਾ ਹੈ ਵੀ ਜਦੋਂ ਇਹ ਸੋ ਜਾਣਗੇ ਤੇ ਮੈਂ ਆਪਣਾ ਕੰਮ ਕਰਾਂਗਾ। ਹੁਣ ਗੁਰੂ ਸਾਹਿਬ ਵੀ ਸਮੇਂ ਦੀ ਇੰਤਜ਼ਾਰ ਕਰ ਰਹੇ ਵੀ ਜਦੋਂ ਸਮਾਂ ਆਏਗਾ ਤੇ ਇਹਨੂੰ ਬਾਣੀ ਸੁਣਾਣੀ ਹੈ। ਭਾਈ ਮਰਦਾਨਾ ਜੀ ਨੇ ਰਬਾਬ ਵਜਾਈ, ਗੁਰੂ ਸਾਹਿਬ ਨੇ ਸ਼ਬਦ ਉਚਾਰਨ ਕੀਤਾ, ਉਜਲ ਕਹਿਆ ਚਿਲਕਣਾ ਘੋਟੇ ਮ ਮਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜਾ ਦਸਨ। ਹੁਣ ਸੱਜਣ ਹੈ ਤਾਂ ਸਿਆਣਾ ਸੀ, ਇਹੋ ਜਿਹਾ ਕੰਮ ਕਰਨ ਵਾਲੇ ਸਿਆਣੇ ਤਾਂ ਹੁੰਦਾ ਹੀ ਨਹੀਂ ਵੀ ਕਿਹਨੂੰ ਕਿਵੇਂ ਲੁੱਟਣਾ ਕਿਵੇਂ ਕਰਨਾ, ਸਿਆਣਪ ਤਾਂ ਚਾਹੀਦੀ ਹੈ ਇਹਦੇ ਵਾਸਤੇ। ਉਹ ਗੱਲ ਵੱਖਰੀ ਕਿ ਸਿਆਣਪ ਸਾਡੀ ਦੂਜੇ ਪਾਸੇ ਚਲੀ ਜਾਂਦੀ ਹੈ। ਉਹ ਵੀ ਸਮਝ ਗਿਆ
ਵੀ ਇਹ ਤਾਂ ਸਾਰਾ ਕੁਝ ਗੁਰੂ ਸਾਹਿਬ ਮੈਨੂੰ ਹੀ ਸਮਝਾਉਂਦੇ ਪਏ ਨੇ, ਇਹ ਤਾਂ ਮੇਰੇ ਵਾਸਤੇ ਹੀ ਕਹਿ ਰਹੇ ਨੇ, ਸਭ ਕੁਝ ਮੇਰੀ ਜ਼ਿੰਦਗੀ ਵਿੱਚ ਹੋ ਰਿਹਾ ਕਿ ਮੇਰਾ ਵੀ ਜੀਵਨ ਐਸਾ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਨੇ, ਉਜਲ ਕਹਿਆ ਚਿਲਕਣਾ, ਕਹਿ ਦਾ ਭਾਂਡਾ, ਜਿਹਨੂੰ ਤਾਂਬੇ ਦਾ ਵੀ ਆਪਾਂ ਕਹਿ ਦਿੰਦੇ ਅੱਜ ਕੱਲ੍ਹ ਤਾਂ ਕਿਤੇ ਨਜ਼ਰ ਨਹੀਂ ਆਉਂਦਾ। ਮੈਨੂੰ ਯਾਦ ਆ ਪੁਰਾਣੇ ਸਮੇਂ ਸਾਡੇ ਘਰ 'ਚ ਵੀ ਇੱਕ ਕੋਲੀ ਹੁੰਦੀ ਸੀ, ਉਹਨੂੰ ਜਿੰਨਾ ਮਰਜ਼ੀ ਮਾਂਜ ਲਓ ਉਹਦੀ ਕਲਕ ਬਾਹਰ ਨਜ਼ਰ ਆਈ ਜਾਣੀ ਹੈ। ਜੇ 100 ਧੋਵਾਂ ਤੇ ਧੋਤਿਆਂ ਝੂਠ ਨਾ ਉਤਰੇ, ਜੇ 100 ਧੋਵਾਂ ਤੇ 100 ਵਾਰੀ ਧੋ ਲਓ ਭਾਵੇਂ। ਹੁਣ ਸੱਜਣ ਨੂੰ ਵੀ ਨਜ਼ਰ ਆ ਗਿਆ ਕਿ ਮੇਰੇ ਅੰਦਰ ਤਾਂ ਕਾਲਗੀ ਭਰੀ, ਮੈਂ ਤਾਂ ਬਾਹਰੋਂ ਹੀ ਉਜਲਾ ਵਾਂ, ਇਹ ਪਾਤਸ਼ਾਹ ਤਾਂ ਸਾਰਾ ਕੁਝ ਮੇਰੇ ਬਾਰੇ ਹੀ ਕਹਿ ਰਹੇ ਨੇ। ਤੇ ਨਾਲ ਪਾਤਸ਼ਾਹ ਕਹਿ ਰਹੇ ਨੇ ਸੱਜਣ ਸਹੀ ਨਾਲ ਮੈਂ, ਵੀ ਸੱਜਣ ਉਹੀ ਹੈ ਜਿਹੜਾ ਨਾਲ ਜਾਵੇ। ਉਹ ਕਿਹੜਾ ਸੱਜਣ ਹੋ ਸਕਦਾ ਜਿਹੜਾ ਨਾਲ ਜਾਏਗਾ? ਜਿੱਥੇ ਲੇਖਾ ਮੰਗੀ ਹੈ ਇਸ ਦੁਨੀਆ ਵਿੱਚ ਤਾਂ ਨਾਲ ਜਾਣ ਵਾਲੇ ਬੜੇ ਸੱਜਣ ਨੇ, ਉੱਥੇ ਦਰਗਾਹ ਦੇ ਵਿੱਚ ਕੌਣ ਨਾਲ ਜਾਏਗਾ? ਸਭ ਤੋਂ ਨਜ਼ਦੀਕੀ ਰਿਸ਼ਤਾ ਆਪਾਂ ਦੁਨੀਆ ਦੇ ਵਿੱਚ ਜਦੋਂ ਵੇਖਦੇ ਹਾਂ ਤੇ ਉਹ ਪਤੀ ਪਤਨੀ ਦਾ ਰਿਸ਼ਤਾ ਮੰਨਿਆ ਜਾਂਦਾ ਹੈ, ਤੇ ਉਹਨੂੰ ਵੀ ਆਪਾਂ ਜੀਵਨ ਸਾਥੀ ਜਾਂ ਜੀਵਨ ਸਾਥਣ ਕਹਿੰਦੇ ਨੇ। ਜੀਵਨ ਤੱਕ ਹੀ ਸਾਰੇ ਰਿਸ਼ਤੇ ਨੇ, ਇਸ ਤੋਂ ਬਾਅਦ ਕੁਝ ਵੀ ਨਹੀਂ ਹੈ, ਇਸ ਤੋਂ ਅੱਗੇ ਕੁਝ ਵੀ ਨਹੀਂ ਹੈ। ਹੁਣ ਅੱਗੇ ਕੌਣ ਜਾਏਗਾ ਜੀ? ਉਹ ਕਿਹੜਾ ਸੱਜਣ ਜਿਹੜਾ ਅੱਗੇ ਜਾਏਗਾ? ਉਹ ਨੇ ਤੁਹਾਡੇ ਕੀਤੇ ਹੋਏ ਕਰਮ, ਜਿਹੜੇ ਗੁਣ ਤੁਸੀਂ ਧਾਰਨ ਕੀਤੇ ਨੇ, ਜੋ ਕੁਝ ਤੁਸੀਂ ਸਮਾਜ ਵਿੱਚ ਦਿਖਾ ਰਹੇ ਹੋ ਕਰਕੇ। ਤੇ ਸੱਜਣ ਇਸ ਗੱਲ ਨੂੰ ਸਮਝ ਗਏ, ਸੱਜਣ ਪਾਤਸ਼ਾਹ ਦੇ ਚਰਨੀ ਪੈ ਗਏ। ਦੇਖੋ ਸੱਜਣ ਦੀ ਗੁਰੂ ਨਾਨਕ ਸਾਹਿਬ ਦੇ ਨਾਲ ਕਿੰਨਾ ਕੁ ਸਮਾਂ ਸੰਗਤ ਹੋਈ ਹੈ, ਇਹ ਸੰਗਤ ਦਾ ਅਸਰ ਹੈ। ਕਿੰਨਾ ਕੁ ਸਮਾਂ ਸੰਗਤ ਹੋਈ ਹੈ, ਪਾਤਸ਼ਾਹ ਦੇ ਚਰਨੀ ਪੈ ਗਿਆ, ਸਾਰੀਆਂ ਗਲਤੀਆਂ ਕਬੂਲ ਕੀਤੀਆਂ ਨੇ, ਤੇ ਪਾਤਸ਼ਾਹ ਨੇ ਵੀ ਉਸ ਨੂੰ ਮੁਆਫ ਕਰਕੇ ਤੇ ਨਾਲ ਹੀ ਪ੍ਰਚਾਰਕ ਨਿਯੁਕਤ ਕਰਤਾ ਉਸ ਇਲਾਕੇ ਦਾ। ਉਹ ਭਾਈ ਸੱਜਣ ਬਣ ਗਿਆ। ਇਹ ਗੱਲ ਵੱਖਰੀ ਕਿ ਅਸੀਂ ਅੱਜ ਤੱਕ ਉਹਨਾਂ ਨੂੰ ਸੱਜਣ ਠੱਗ ਕਹਿ ਕੇ ਯਾਦ ਕਰਦੇ ਹਾਂ, ਐਸਾ ਨਹੀਂ ਹੋਣਾ ਚਾਹੀਦਾ। ਹੁਣ ਗੁਰੂ ਨਾਨਕ ਸਾਹਿਬ ਨੇ ਉਸ ਦਾ ਜੀਵਨ ਬਦਲ ਦਿੱਤਾ। ਇੱਕ ਥੋੜੇ ਜਿਹੇ ਸਮੇਂ ਦੀ ਸੰਗਤ ਦੇ ਨਾਲ ਸੱਜਣ ਠੱਗ ਭਾਈ ਸੱਜਣ ਬਣ ਗਏ। ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ, ਕਹਿੰਦੇ ਕੁਝ ਸਮੇਂ ਬਾਅਦ ਜਦੋਂ ਸੱਜਣ ਬਦਲ ਚੁੱਕਿਆ ਹੈ ਤੇ ਕੁਝ ਲੋਕ ਉਧਰ ਜਾ ਰਹੇ ਨੇ, ਉਸ ਰਸਤੇ ਤੇ ਜਿੱਥੇ ਗੁਰੂ ਸਾਹਿਬ ਨੂੰ ਜਾਣ ਲੱਗਿਆ ਲੋਕਾਂ ਨੇ ਰੋਕਿਆ ਸੀ, ਉਧਰ ਨਾ ਜਾਓ। ਕੁਝ ਲੋਕ ਜਾ ਰਹੇ ਨੇ, ਲੋਕਾਂ ਦਾ ਇੱਕ ਇਕੱਠ ਹੈ, ਇੱਕ ਟੋਲਾ ਇਕੱਠਾ ਜਾ ਰਹੇ ਨੇ, ਤੇ ਕੁਝ ਲੋਕ ਸ਼ਹਿਰ ਦੇ ਕਹਿੰਦੇ ਇੱਧਰ ਨਾ ਜਾਓ, ਰਸਤਾ ਬਦਲ ਲਓ, ਰਸਤਾ ਬਦਲ ਲਓ, ਇੱਧਰ ਨਾ ਜਾਓ, ਅੱਗੇ ਸੱਜਣ ਰਹਿੰਦਾ ਹੈ। ਤੇ ਸੱਜਣ ਵੀ ਉੱਥੇ ਨੇੜੇ ਖੜਾ ਹੀ ਸੁਣਦਾ ਪਿਆ, ਕਹਿੰਦਾ ਉਹ ਭਰਾਵੋ ਤੁਹਾਨੂੰ ਹੁਣ ਰਸਤਾ ਬਦਲਣ ਦੀ ਲੋੜ ਨਹੀਂ, ਕਿਉਂਕਿ ਹੁਣ ਸੱਜਣ ਬਦਲ ਗਏ। ਹੁਣ ਸੱਜਣ ਬਦਲ ਗਿਆ, ਤੇ ਸੱਜਣ ਨੂੰ ਬਦਲਿਆ ਗੁਰੂ ਨਾਨਕ ਸਾਹਿਬ ਦੀ ਸੰਗਤ ਨੇ। ਸੰਗਤ ਦਾ ਐਡਾ ਵੱਡਾ ਅਸਰ ਹੈ, ਸੰਗਤ ਦਾ ਇੰਨਾ ਅਸਰ ਹੋਣਾ ਚਾਹੀਦਾ ਹੈ, ਹੁੰਦਾ ਹੈ, ਬਸ਼ਰਤੇ ਕਿ ਅਸੀਂ ਸੰਗਤ ਮਨ ਲਗਾ ਕੇ ਕਰੀਏ। ਅਸੀਂ ਸੰਗਤ ਵਿੱਚ ਪ੍ਰਾਪਤੀ ਕੀ ਕਰਨ ਜਾਂਦੇ ਹਾਂ? ਕਲਾਸ ਲੱਗੀ ਹੈ ਸਕੂਲ ਦੇ ਵਿੱਚ, ਆਪਾਂ ਸਾਰੇ ਪੜ੍ਹ ਕੇ ਆਏ ਹਾਂ, ਅੱਜ ਸਾਡੇ ਬੱਚੇ ਪੜ੍ਹਦੇ ਪਏ ਨੇ, ਕਲਾਸ ਦੇ ਵਿੱਚ 40 ਸਟੂਡੈਂਟ ਨੇ, 50 ਸਟੂਡੈਂਟ ਨੇ, ਟੀਚਰ ਦੀ ਸੰਗਤ ਤਾਂ ਸਾਰੇ ਹੀ ਕਰ ਰਹੇ ਨੇ, ਪਰ ਫਸਟ ਡਿਵੀਜ਼ਨ ਇੱਕ ਬੱਚਾ ਹੀ ਲਏਗਾ, ਬਰਾਬਰੀ ਕੋਈ ਹੋਰ ਇੱਕ ਦਾ ਕਰ ਲਏਗਾ। ਕਾਰਨ ਕਿਉਂਕਿ ਉਹਨਾਂ ਨੇ ਟੀਚਰ ਦੀਆਂ, ਅਧਿਆਪਕ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ, ਉਹਨਾਂ ਨੇ ਪੂਰੀ ਕੰਸੈਂਟਰੇਸ਼ਨ ਦੇ ਨਾਲ ਸੁਣਿਆ, ਧਿਆਨ ਲਗਾ ਕੇ ਸੁਣਿਆ। ਸਾਰੇ ਬੱਚੇ ਸੁਣਦੇ ਪਏ ਨੇ, ਉਹੀ ਗੱਲਾਂ ਉਹਨਾਂ ਵਾਸਤੇ ਹੋਈਆਂ ਨੇ, ਉਹੀ ਗੱਲਾਂ ਬਾਕੀ ਸਟੂਡੈਂਟਸ ਵਾਸਤੇ ਵੀ ਹੋਈਆਂ ਨੇ, ਪਰ ਉਹਨਾਂ ਨੇ ਧਿਆਨ ਲਗਾ ਕੇ ਸੁਣਿਆ। ਇਸੇ ਤਰ੍ਹਾਂ ਜਦੋਂ ਅਸੀਂ ਗੁਰਦੁਆਰਾ ਸਾਹਿਬ ਸੰਗਤ ਲੈ ਕੇ ਜੰਗਤ ਵਿੱਚ ਜਾਂਦੇ ਹਾਂ, ਤੇ ਜੇ ਕਿਤੇ ਧਿਆਨ ਲਗਾ ਕੇ ਸੁਣੀਏ, ਜੇ ਕਿਤੇ ਧਿਆਨ ਲਗਾ ਕੇ ਪਤਾ ਕਰੀਏ ਵੀ ਇੱਥੇ ਕੀ ਵਾਪਰ ਰਿਹਾ ਹੈ, ਕੀ ਹੋਇਆ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਸਤ ਸੰਗਤ ਸਤਿਗੁਰ ਚਟ ਛਾਲ ਹੈ, ਜਿੱਥੇ ਹਰ ਗੁਣ ਸਿੱਖਾਂ। ਇਹ ਸੰਗਤ ਇੱਕ ਪਾਠਸ਼ਾਲਾ ਹੈ, ਜਿੱਥੇ ਗੁਣ ਸਿੱਖੇ ਜਾਂਦੇ ਨੇ, ਜਿੱਥੇ ਗੁਣ ਧਾਰਨ ਕੀਤੇ ਜਾਂਦੇ ਨੇ, ਪਰ ਸ਼ਰਤ ਹੈ ਕਿ ਅਸੀਂ ਸੁਣੀਏ ਤਾਂ ਸਹੀ। ਸਾਡੇ ਵਿੱਚੋਂ ਬਹੁਤੇ ਕਈ ਤਾਂ ਗੁਰਦੁਆਰਾ ਸਾਹਿਬ ਦੇ ਬਾਹਰੋਂ ਹੀ ਮੱਥਾ ਟੇਕ ਕੇ ਨਿਕਲ ਜਾਣਗੇ, ਕਿਉਂਕਿ ਆਫਿਸ ਦਾ ਟਾਈਮ ਲੇਟ ਹੋ ਰਿਹਾ ਹੈ, ਤੇ ਜਿਹੜੇ ਅੰਦਰ ਜਾਣਗੇ ਉਹ ਮੱਥਾ ਟੇਕਿਆ, ਪਰਿਕਰਮਾ ਕੀਤੀ ਤੇ ਬਾਹਰੋਂ ਬਾਹਰ ਚਲੇ ਗਏ। ਪਤਾ ਹੀ ਨਹੀਂ ਵੀ ਭਾਈ ਸਾਹਿਬ ਕਿਹੜਾ ਸ਼ਬਦ ਪੜ੍ਹ ਰਹੇ ਨੇ ਜਾਂ ਕਿਹੜੇ ਸ਼ਬਦ ਦੀ ਕਥਾ ਹੋ ਰਹੀ ਹੈ, ਕੀ ਹੋ ਰਿਹਾ ਨਹੀਂ ਪਤਾ ਲੱਗਦਾ। ਅਸੀਂ ਸੁਣਨਾ ਤਾਂ ਬੜੀ ਦੂਰ ਦੀ ਗੱਲ ਹੈ, ਤੇ ਜਿਹੜੇ ਸੁਣਦੇ ਨੇ ਉਹਨਾਂ ਦੇ ਵਿੱਚੋਂ ਵੀ ਜ਼ਿਆਦਿਆਂ ਦਾ ਧਿਆਨ ਕਿਤੇ ਹੋਰ ਹੁੰਦਾ। ਵਿਦਵਾਨ ਸੱਜਣ ਕਹਿੰਦੇ ਨੇ ਵੀ ਸੰਗਤ ਦੇ ਵਿੱਚ ਜਿਹੜੀ ਬੈਠਦੇ ਨੇ ਨਾ, ਉਹ 3 ਤਰ੍ਹਾਂ ਦੇ ਪ੍ਰਾਣੀ ਹੁੰਦੇ ਨੇ, ਇੱਕ ਊਂਗੇ, ਇੱਕ ਸੂੰਗੇ ਤੇ ਇੱਕ ਚੂੰਗੇ, 3 ਤਰ੍ਹਾਂ ਦੇ।
ਉਂਗੇ ਕਿਹੜੇ ਨੇ? ਜਦੋਂ ਅਸੀਂ ਉੱਥੇ ਬੈਠੇ, ਭਾਈ ਸਾਹਿਬ ਕਥਾ ਕਰ ਰਹੇ ਨੇ ਜਾਂ ਕੀਰਤਨ ਕਰ ਰਹੇ ਨੇ, ਅਸੀਂ ਉਂਗਦੇ ਪਏ ਹਾਂ, ਸਾਨੂੰ ਨੀਂਦ ਆ ਰਹੀ ਹੈ, ਸਾਨੂੰ ਨਹੀਂ ਪਤਾ ਉੱਥੇ ਕੀ ਹੋ ਰਿਹਾ, ਅਸੀਂ ਉਂਗਦੇ ਪਏ ਹਾਂ। ਤੇ ਦੂਜੇ ਜਿਹੜੇ ਸੂੰਘੇ ਨੇ ਉਹ ਕੌਣ ਨੇ? ਉਹ ਸੁੰਘਦੇ ਨੇ, ਆਲਾ ਦੁਆਲਾ ਦੇਖਦੇ ਨੇ, ਇੱਧਰ ਦੇਖਦੇ ਨੇ, ਅੱਜ ਰੁਮਾਲਾ ਕਿਹੜੇ ਰੰਗ ਦਾ ਪਾਇਆ ਭਾਈ ਸਾਹਿਬ ਨੇ, ਅੱਜ ਇਹਦਾ ਪ੍ਰਿੰਟ ਕਿਹੜਾ, ਇਹਦਾ ਡਿਜ਼ਾਈਨ ਕੀ ਹੈ, ਅੱਜ ਚੰਦੋਆ ਕਿਹੜਾ ਬਣਿਆ, ਅੱਜ ਉਹਨੇ ਕਿਹੜਾ ਸੂਟ ਪਾਇਆ, ਅੱਜ ਉਹਨੇ ਕੀ ਕੀਤਾ, ਅੱਜ ਲੰਗਰ ਵਿੱਚ ਕੀ ਆਇਆ। ਅਸੀਂ ਸਾਰਾ ਇਹ ਧਿਆਨ ਇੱਧਰ ਹੀ ਚਲਾ ਜਾਂਦਾ, ਕਿਤੇ ਵੀ ਨਹੀਂ ਹੋਰ ਪਤਾ ਲੱਗਦਾ। ਤੇ ਤੀਸਰੇ ਨੇ ਚੁੰਗੇ, ਚੁੰਗ ਲੈਣਾ। ਮਾਂ ਦੇ ਦੁੱਧ ਨੂੰ ਜਦੋਂ ਬੱਚਾ ਚੁੰਗਦਾ ਨਾ ਤਾਂ ਸਭ ਕੁਝ ਪ੍ਰਾਪਤੀ ਹੁੰਦੀ ਹੈ। ਜਿਹੜੇ ਉੱਥੋਂ ਚੁੰਗਦੇ ਨੇ ਪ੍ਰਾਪਤੀ ਕਰਦੇ ਨੇ, ਕੁਝ ਲੈ ਕੇ ਜਾਂਦੇ ਨੇ। ਜਿਤ ਹਰ ਗੁਣ ਸਿੱਖਾਂ, ਉੱਥੇ ਗੁਰੂ ਦੇ ਗੁਣ ਸਿੱਖਦੇ ਨੇ, ਪ੍ਰਾਪਤੀ ਕਰਦੇ ਨੇ, ਲੈ ਕੇ ਨਾਲ ਜਾਂਦੇ ਨੇ। ਕੇਵਲ ਸੁਣਨ ਦੇ ਵਾਸਤੇ ਨਹੀਂ, ਕੇਵਲ ਪੜਨ ਦੇ ਵਾਸਤੇ ਨਹੀਂ, ਉਹ ਸੱਚਮੁੱਚ ਸੰਗਤ ਨੂੰ ਪਾਠਸ਼ਾਲਾ ਸਮਝ ਕੇ ਉੱਥੇ ਬੈਠ ਕੇ ਗ੍ਰਹਿਣ ਕਰਕੇ ਆਉਂਦੇ ਨੇ। ਜਿਵੇਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਆ, ਜੇ ਸਾਡੇ ਬੱਚੇ ਵੀ ਇਸੇ ਤਰ੍ਹਾਂ ਹੀ ਸਕੂਲ ਜਾਣ ਕਿ ਬਾਹਰੋਂ ਗੇਟ ਨੂੰ ਹੀ ਮੱਥਾ ਟੇਕ ਕੇ ਘਰ ਆ ਜਾਣ, ਜਾਂ ਕਲਾਸ ਵਿੱਚ ਟੀਚਰ ਦੇ ਉੱਥੇ ਪਰਿਕਰਮਾ ਕਰਕੇ ਵਾਪਸ ਆ ਜਾਣ, ਬੈਠਣ ਹੀ ਨਾ, ਧਿਆਨ ਨਾ ਦੇਣ, ਤੇ ਫਿਰ ਕੀ ਹੋਏਗਾ? ਪ੍ਰਾਪਤੀ ਥੋੜਾ ਨਾ ਹੋਏਗੀ, ਕੁਝ ਵੀ ਨਹੀਂ ਪਤਾ ਲੱਗੇਗਾ। ਸੰਗਤ, ਸੰਗ ਕਰਨਾ, ਮੇਲ ਕਰਨਾ, ਮਿਲਾਪ ਕਰਨਾ। ਹੁਣ ਬੜੇ ਸਾਰੇ ਆਪਾਂ ਹੁਣੇ ਗੱਲ ਕੀਤੀ, ਪੁਰਾਣੇ ਮਤ ਤੋਂ ਹਟ ਕੇ ਗੁਰੂ ਨਾਨਕ ਸਾਹਿਬ ਨੇ ਆਪਣੀ ਵਿਚਾਰਧਾਰਾ ਦੇ ਵਿੱਚ ਬਹੁਤ ਕੁਝ ਅਲੱਗ ਦਿੱਤਾ, ਬੜਾ ਕੁਝ ਸਾਨੂੰ ਅਲੱਗ ਦਿੱਤਾ। ਆਪਾਂ ਗੁਰੂ ਸਾਹਿਬ ਦੀ ਸੰਗਤ ਦੀ ਗੱਲ ਕਰਦੇ ਹਾਂ। ਅੱਜ ਸਾਡੇ ਗੁਰੂ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ, ਗੁਰੂ ਸ਼ਬਦ ਨੂੰ ਵੀ ਕਿਹਾ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੇ ਜਦੋਂ ਆਪਾਂ ਸ਼ਬਦ ਨੂੰ ਗੁਰੂ ਕਹਿ ਰਹੇ ਹਾਂ, ਸਰੀਰ ਗੁਰੂ ਨਹੀਂ ਹੈ, ਤੇ ਸ਼ਬਦ ਦਾ ਸੰਗ ਕਰਨਾ, ਸ਼ਬਦ ਦਾ ਨਾਲ ਮਿਲਾਪ ਕਰਨਾ, ਇਹ ਸਾਡੀ ਸੁਰਤੀ ਦਾ ਕੰਮ ਹੈ, ਸਾਡੇ ਸਰੀਰ ਦਾ ਨਹੀਂ ਹੈ। ਸੁਰਤ ਧੁਨ ਚੇਲਾ, ਪਾਤਸ਼ਾਹ ਨੇ ਸਿੱਖ ਵੀ ਸੁਰਤੀ ਨੂੰ ਕਿਹਾ ਕਿ ਜਿਹੜੀ ਸੁਰਤੀ ਸ਼ਬਦ ਦੇ ਨਾਲ ਜੁੜੇਗੀ, ਸ਼ਬਦ ਦੇ ਨਾਲ ਮੇਲ ਕਰੇਗੀ, ਸ਼ਬਦ ਦੇ ਨਾਲ ਸੰਗ ਕਰੇਗੀ, ਉਹੀ ਸੁਰਤੀ ਸਿੱਖ ਅਖਵਾਉਣ ਦੇ ਲਾਇਕ। ਜੋ ਗੁਰੂ ਸ਼ਬਦ ਹੈ, ਗੁਰੂ ਸਰੀਰ ਨਹੀਂ ਹੈ, ਤਾਂ ਸਿੱਖ ਵੀ ਸਰੀਰ ਨਹੀਂ ਹੈ। ਸਰੀਰ ਗੁਰਦੁਆਰਾ ਸਾਹਿਬ ਚਲਾ ਗਿਆ, ਮੱਥਾ ਟੇਕਿਆ, ਸ਼ਬਦ ਸੁਣਿਆ ਨਾ ਸੁਣਿਆ, ਪੜਿਆ ਨਾ ਪੜਿਆ, ਕੋਈ ਗੱਲ ਹੋ ਜਾਂਦੀ। ਜਦ ਤੱਕ ਉਹਨੂੰ ਅੰਦਰ ਨਹੀਂ ਲੈ ਕੇ ਗਏ, ਹਿਰਦੇ ਵਿੱਚ ਨਹੀਂ ਟਿਕਾਇਆ, ਜਦ ਤੱਕ ਉਹਨੂੰ ਸੁਰਤੀ ਵਿੱਚ ਨਹੀਂ ਲੈ ਕੇ ਗਏ। ਸੁਰਤੀ, ਪਹਿਲੇ ਸ਼ਬਦ ਨੂੰ ਸੁਣਨਾ। ਆਪਾਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਆ, 4 ਪੌੜੀਆਂ ਸੁਣਨ ਦੀਆਂ ਨੇ। ਪਹਿਲੇ ਸੁਣ ਲਿਆ, ਹੁਣ ਸੁਣਨਾ ਕਿਹੜਾ ਹੈ? ਜਿਹੜਾ ਮੰਨ ਲਿਆ ਜਾਵੇ, ਉਹੀ ਸੁਣਨਾ ਪ੍ਰਵਾਨ ਹੈ। ਕੇਵਲ ਸੁਣਨ ਵਾਲਾ ਸੁਣਨਾ ਨਹੀਂ ਹੈ ਕਿ ਸੁਣ ਲਿਆ ਤੇ ਇਧਰੋਂ ਸੁਣਿਆ ਤੇ ਇਧਰੋਂ ਕੱਢ ਦਿੱਤਾ, ਐਸਾ ਨਹੀਂ ਹੈ। ਸੁਣਿਆ ਉਹੀ ਪ੍ਰਵਾਨ ਹੈ ਜਿਹੜਾ ਮੰਨਿਆ ਜਾਵੇ। ਮਾਤਾ ਆਪਣੇ ਪੁੱਤਰ ਨੂੰ ਆਵਾਜ਼ ਮਾਰਦੀ, ਆਪਣੀ ਧੀ ਨੂੰ ਆਵਾਜ਼ ਮਾਰਦੀ, ਬੇਟਾ ਮੈਨੂੰ 1 ਗਲਾਸ ਪਾਣੀ ਦੇਈਂ। ਬੱਚੇ ਨੇ ਸੁਣ ਲਿਆ ਪਰ ਪਾਣੀ ਦਿੱਤਾ ਨਹੀਂ। ਹੁਣ ਮਾਤਾ ਕੀ ਕਹੇਗੀ? ਬੇਟਾ ਤੂੰ ਸੁਣਿਆ ਨਹੀਂ। ਇਹਦਾ ਮਤਲਬ ਕੀ ਹੈ? ਕਿ ਤੂੰ ਮੰਨਿਆ ਨਹੀਂ। ਸੁਣ ਤਾਂ ਲਿਆ, ਬੱਚਾ ਕੋਲ ਹੀ ਬੈਠਾ, ਉਹਨੇ ਸੁਣ ਲਿਆ, ਪਰ ਮਾਤਾ ਇਹ ਕਹੇਗੀ ਕਿ ਤੂੰ ਸੁਣਿਆ ਨਹੀਂ। ਭਾਵ ਸੁਣਿਆ ਉਹੀ ਪ੍ਰਵਾਨ ਹੈ ਜਿਹੜਾ ਮੰਨ ਲਿਆ ਜਾਵੇ। ਗੁਰੂ ਸਾਹਿਬ ਨੇ ਸੁਣਨ ਦੀ ਗੱਲ ਕੀਤੀ, ਸੁਣਨ ਤੋਂ ਬਾਅਦ ਮੰਨਣ ਦੀ ਗੱਲ ਕੀਤੀ, ਤੇ ਇਸ ਤੋਂ ਬਾਅਦ ਅਗਲੀ ਪੌੜੀ ਜਿਹੜੀ ਹੈ 16ਵੀਂ ਪੌੜੀ, ਉਹਦੇ ਵਿੱਚ ਪਾਤਸ਼ਾਹ ਨੇ ਕਹਿਤਾ ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵਹਿ ਦਰਗਾ ਮਾਨ, ਪੰਚੇ ਸੋਹੇ ਦਰ ਰਾਜਾਨ। ਉਹੀ ਪ੍ਰਵਾਨ ਨੇ, ਉਹ ਪੰਜ ਜਣ। ਇੱਥੇ ਪੰਜ ਸ਼ਬਦ ਜਿਹੜਾ ਆਇਆ ਹੈ ਉਹ ਗਿਣਤੀ ਦਾ ਪੰਜ ਨਹੀਂ ਹੈ, ਉੱਥੇ ਪੰਜ ਦੀ ਗੱਲ ਨਹੀਂ ਹੋ ਰਹੀ। ਇੱਥੇ ਉਹਨਾਂ ਪੰਜ ਜਨਾਂ ਦੀ ਗੱਲ ਹੋ ਰਹੀ ਹੈ ਜਿਨ੍ਹਾਂ ਨੇ ਗੁਰੂ ਦੀ ਬਾਣੀ ਨੂੰ ਸੁਣ ਲਿਆ, ਸੁਣ ਕੇ ਮੰਨ ਲਿਆ, ਤੇ ਉਹ ਪੰਜ ਜਨ ਹੋ ਗਏ ਨੇ। ਪੁਰਾਣੇ ਸਮਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਪੰਚ ਸਰਪੰਚ ਕਿਵੇਂ ਚੁਣੇ ਜਾਂਦੇ ਸੀ? ਅੱਜ ਤਾਂ ਵੋਟਾਂ ਪਾ ਕੇ ਚੁਣੇ ਜਾਂਦੇ ਨੇ। ਜਿਹੜੇ ਮਨੁੱਖ ਬਾਕੀਆਂ ਨਾਲੋਂ ਥੋੜੇ ਜਿਹੇ ਸਿਆਣੇ ਨੇ, ਉਹਨਾਂ ਨੂੰ ਪੰਚ ਸਰਪੰਚ ਚੁਣ ਲਿਆ। ਭਾਵ ਇਹਨੂੰ ਬੜੀ ਸਿਆਣਪ ਸੋਝੀ ਹੈ, ਇਹਨੂੰ ਪੰਚ ਬਣਾ ਦਿਓ। ਉਹ ਪੰਜ ਜਨਾਂ ਦੀ ਗੱਲ ਕਰ ਰਹੇ ਪਾਤਸ਼ਾਹ, ਕਹਿੰਦੇ ਨੇ ਜਿਨ੍ਹਾਂ ਨੇ ਸੁਣ ਲਿਆ, ਸੁਣਨ ਤੋਂ ਬਾਅਦ ਮੰਨ ਵੀ ਲਿਆ, ਇਹ ਪੰਜ ਜਨ ਬਣ ਗਏ। ਉਹ ਪ੍ਰਵਾਨ ਨੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ। ਉਹ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਪ੍ਰਵਾਨ ਨੇ, ਉਹ ਪ੍ਰਧਾਨ ਵੀ ਨੇ, ਮੁਖੀ ਵੀ ਨੇ।
ਉਹ ਮਾਣ ਵੀ ਪ੍ਰਾਪਤ ਕਰ ਰਹੇ ਨੇ ਉੱਥੇ, ਪੰਚੇ ਪਾਵੇਂ ਦਰਗਾਹ ਮਾਨ। ਉਹ ਉੱਥੇ ਬੜੀ ਵੱਡੀ ਪ੍ਰਾਪਤੀ ਕਰ ਰਹੇ ਨੇ, ਕਿਉਂਕਿ ਉਹਨਾਂ ਨੇ ਸੁਣ ਲਿਆ ਤੇ ਮੰਨ ਲਿਆ। ਉਹਨਾਂ ਨੇ ਸੰਗਤ ਵਿੱਚ ਆ ਕੇ ਸੁਣਿਆ ਵੀ ਹੈ। ਸੁਣਦੇ ਅਸੀਂ ਸਾਰੇ ਹੀ ਹਾਂ। ਭਗਤ ਕਬੀਰ ਜੀ ਕਹਿੰਦੇ ਨਾ, ਕਿਆ ਪੜ੍ਹੀਐ ਕਿਆ ਗੁਣੀਐ ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲੇ ਉਸ। ਜਦੋਂ ਤੱਕ ਸਹਿਜ ਵਾਲੀ ਅਵਸਥਾ ਵਿੱਚ ਨਹੀਂ ਆਵਾਂਗੇ, ਸਹਿਜ ਅਵਸਥਾ ਕੀ ਹੈ? ਅਡੋਲਤਾ ਦੀ ਗੱਲ। 3 ਗੁਣਾਂ ਤੋਂ ਉੱਪਰ ਉੱਠਣਾ, ਰਜਗੁਣ, ਤਮਗੁਣ, ਸਤਗੁਣ, 3 ਗੁਣ ਨੇ। ਇਹਨਾਂ 3 ਗੁਣਾਂ ਤੋਂ ਉੱਪਰ ਉੱਠ ਕੇ ਆਤਮਿਕ ਅਡੋਲਤਾ ਦੀ ਗੱਲ, ਜਦੋਂ ਤੱਕ ਉੱਥੇ ਨਹੀਂ ਪਹੁੰਚਾਂਗੇ ਗੱਲ ਨਹੀਂ ਬਣ ਪਾਏਗੀ। ਦੁਨੀਆ ਦੇ 3 ਗੁਣ ਬੜੇ ਪ੍ਰਭਾਵਸ਼ਾਲੀ ਨੇ, ਸਾਡੇ ਸਾਰਿਆਂ ਉੱਤੇ ਪ੍ਰਭਾਵ ਹੈ ਉਹਨਾਂ ਦਾ। ਕਦੇ ਬੰਦਾ ਰਜਗੁਣੀ ਹੋ ਜਾਂਦਾ, ਕਦੇ ਤਮਗੁਣੀ, ਜਦੋਂ ਥੋੜਾ ਜਿਹਾ ਉੱਚਾ ਉੱਠਦਾ, ਥੋੜੀ ਜਿਹੀ ਸਿਆਣਪ ਜਾਂਦਾ, ਸਤਗੁਣੀ ਬਣ ਜਾਂਦਾ ਹੈ। ਪਰ ਰਹਿੰਦਾ ਇਹਨਾਂ 3 ਗੁਣਾਂ ਦੇ ਵਿੱਚ ਹੀ ਹੈ। ਪਰ ਜਦੋਂ ਤੱਕ ਆਪਾਂ ਸੰਗਤ ਵਿੱਚ ਨਹੀਂ ਆਵਾਂਗੇ, ਸੰਗਤ ਵਿੱਚ ਆ ਕੇ ਪ੍ਰਾਪਤੀ ਨਹੀਂ ਕਰਾਂਗੇ, ਤਾਂ ਫਿਰ ਦੁਨੀਆ ਵਾਲੇ ਧੰਦਿਆਂ ਦੇ ਵਿੱਚ ਹੀ, ਦੁਨੀਆ ਵਾਲੇ ਵਰਤ ਵਰਤਾਰੇ ਦੇ ਵਿੱਚ ਹੀ ਆਪਦੇ ਆਪ ਨੂੰ ਉਲਝਾਈ ਰੱਖਾਂਗੇ। ਹੁਣ ਇੱਕ ਬੜਾ ਵੱਡਾ ਭੁਲੇਖਾ ਹੈ, ਇਹ ਭੁਲੇਖਾ ਅੱਜ ਦਾ ਨਹੀਂ ਹੈ, ਇਹ ਭੁਲੇਖਾ ਹੈ ਬੜੇ ਪੁਰਾਣੇ ਸਮੇਂ ਤੋਂ, ਕਿ ਧਰਮ ਦਾ ਕੰਮ ਜਿਹੜਾ ਨਾ ਉਹ ਕੇਵਲ ਬਜ਼ੁਰਗਾਂ ਦਾ ਹੈ। ਅੱਜ ਵੀ ਨੌਜਵਾਨ ਸਾਨੂੰ ਇਹ ਕਹਿੰਦੇ ਨੇ। ਗੁਰਦੁਆਰਾ ਸਾਹਿਬ 'ਚ ਜਾ ਕੇ ਦੇਖੋ, ਤੁਹਾਨੂੰ ਸਵੇਰੇ ਬਜ਼ੁਰਗ ਹੀ ਨਜ਼ਰ ਆਉਣਗੇ, ਬਹੁਤ ਘੱਟ ਯੰਗਸਟਰ ਨਜ਼ਰ ਆਉਣਗੇ। ਕਿ ਜੇ ਤਾਂ ਹੁਣ ਜਦੋਂ ਅਜੇ ਤਾਂ ਬੜੀ ਉਮਰ ਪਈ ਹੈ, ਕਿਤੇ ਮਾਂ-ਬਾਪ ਨੂੰ ਵੀ ਕਹਿ ਦਈਏ ਨਾ, ਤੁਸੀਂ ਬੱਚੇ ਨੂੰ ਭੇਜਦੇ ਕਿਉਂ ਨਹੀਂ? ਅੱਜ ਕੱਲ੍ਹ ਗਰਮੀ ਦੀਆਂ ਛੁੱਟੀਆਂ, ਜਗ੍ਹਾ ਜਗ੍ਹਾ ਗੁਰਮਤ ਕੈਂਪ ਲੱਗੇ ਨੇ। ਕਿਸੇ ਮਾਂ-ਬਾਪ ਨੂੰ ਕਹੋ ਵੀ ਤੁਸੀਂ ਬੱਚੇ ਨੂੰ ਕੈਂਪ 'ਚ ਕਿਉਂ ਨਹੀਂ ਭੇਜਦੇ ਹੋ? ਅਜੇ ਬੜਾ ਸਮਾਂ ਪਿਆ ਜੀ, ਬਾਅਦ ਸਿੱਖ ਲਏਗਾ। ਅਜੇ ਕੀ ਹੈ? ਔਰ ਜਦੋਂ ਪਤਾ ਨਹੀਂ ਲੱਗਦਾ, ਜਵਾਨੀ ਆ ਗਈ, ਤੇ ਉਸ ਤੋਂ ਬਾਅਦ ਬੱਚੇ ਨੇ ਫਿਰ ਆਪਣੇ ਰਾਹ ਆਪ ਬਣਾ ਲਏ ਹੁੰਦੇ ਨੇ। ਫਿਰ ਉਹ ਮਾਤਾ ਪਿਤਾ ਦੇ ਕਹਿਣੇ 'ਚ ਨਹੀਂ ਰਹਿੰਦਾ, ਉਹਦੇ ਆਪਣੇ ਰਾਹ ਆਪ ਬਣ ਚੁੱਕੇ ਨੇ। ਉਹ ਕਹਿੰਦਾ ਹੁਣ ਮੈਂ ਅਜੇ ਤਾਂ ਬੜਾ ਕੁਝ ਕਮਾਣਾ, ਅਜੇ ਤਾਂ ਮੈਂ ਕਾਰੋਬਾਰ ਕਰਨੇ ਨੇ, ਜੇ ਨੌਕਰੀਆਂ ਕਰਨੀਆਂ, ਅਜੇ ਬੜਾ ਕੁਝ ਕਰਨਾ, ਮੈਨੂੰ ਅਜੇ ਕੀ ਲੋੜ ਹੈ? ਇਸੇ ਤਰ੍ਹਾਂ ਇਹ ਗੱਲ ਅੱਜ ਦੀ ਨਹੀਂ, ਪੁਰਾਣੇ ਸਮੇਂ ਦੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਆਪਾਂ ਸਾਰਿਆਂ ਨੂੰ ਪਤਾ ਹੈ, ਪਾਤਸ਼ਾਹ ਨੇ 4 ਉਦਾਸੀਆਂ ਕੀਤੀਆਂ, ਦੂਰ ਦੂਰ ਤੱਕ ਗਏ। ਆਪਾਂ ਹੁਣੇ ਭਾਈ ਸੱਜਣ ਜੀ ਦੀ ਗੱਲ ਕੀਤੀ ਹੈ। ਗੁਰੂ ਨਾਨਕ ਸਾਹਿਬ ਨੇ ਇੱਕ ਸ਼ਹਿਰ ਵਸਾਇਆ ਪਹਿਲੀ ਉਦਾਸੀ ਤੋਂ ਬਾਅਦ, ਕਰਤਾਰਪੁਰ, ਜੋ ਇਸ ਵਕਤ ਪਾਕਿਸਤਾਨ ਦੇ ਵਿੱਚ ਹੈ। ਹੁਣ ਉੱਥੇ ਪਾਤਸ਼ਾਹ ਕੀ ਕਰ ਰਹੇ ਨੇ? ਪਾਤਸ਼ਾਹ ਉੱਥੇ ਖੇਤੀਬਾੜੀ ਕਰ ਰਹੇ ਨੇ, ਕਿਰਤ ਕਰਦੇ ਪਏ ਨੇ। ਜਿੱਥੇ ਪਾਤਸ਼ਾਹ ਖੇਤੀਬਾੜੀ ਕਰ ਰਹੇ ਨੇ, ਉੱਥੇ ਨਾਲ ਸੰਗਤਾਂ ਨੂੰ ਉਪਦੇਸ਼ ਵੀ ਦੇ ਰਹੇ ਨੇ। ਸੰਗਤ ਵੀ ਰੋਜ਼ ਹੁੰਦੀ ਹੈ। ਹੁਣ ਪਾਤਸ਼ਾਹ ਦੀ ਜਦੋਂ ਆਪਾਂ ਆਮ ਤੌਰ ਤੇ ਬੱਚਿਆਂ ਨਾਲ ਅੱਜ ਗੱਲ ਕਰੀਏ ਜਾਂ ਆਪਾਂ ਪੜ੍ਹੀਏ, ਕੁਝ ਪੁੱਛੇ ਸਾਨੂੰ ਵੀ ਗੁਰੂ ਨਾਨਕ ਸਾਹਿਬ ਦੇ 3 ਸੁਨਹਿਰੀ ਅਸੂਲ ਕਿਹੜੇ ਨੇ? 3 ਗੋਲਡਨ ਰੂਲਸ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਪਾਤਸ਼ਾਹ ਆਪ ਕਰਕੇ ਦਿਖਾ ਰਹੇ ਨੇ। ਕਿਰਤ ਵੀ ਕੀਤੀ ਪਾਤਸ਼ਾਹ ਨੇ, ਖੇਤੀਬਾੜੀ ਕਰਦੇ ਪਏ ਨੇ। ਉਦਾਸੀਆਂ ਦੀ ਆਰੰਭਤਾ ਤੋਂ ਪਹਿਲਾਂ ਪਾਤਸ਼ਾਹ ਨੇ ਸੁਲਤਾਨਪੁਰ ਲੋਧੀ 'ਚ ਦੁਕਾਨਦਾਰੀ ਵੀ ਕੀਤੀ, ਔਰ ਬਚਪਨ ਵੇਲੇ ਪਾਤਸ਼ਾਹ ਨੇ ਬੱਜੀਆਂ ਵੀ ਚਾਰੀਆਂ। ਪਾਤਸ਼ਾਹ ਨੇ ਕੀਤਾ, ਕਿਰਤ ਕੀਤੀ, ਕਿਰਤ ਕਰਕੇ ਦਿਖਾਈ। ਉਦਾਸੀਆਂ ਤੇ ਗਏ, ਫਿਰ ਆ ਕੇ ਸ਼ਹਿਰ ਵਸਾਇਆ, ਫਿਰ ਉੱਥੇ ਖੇਤੀਬਾੜੀ ਕਰਦੇ ਪਏ ਨੇ। ਤੇ ਫਿਰ ਨਾਲ ਦੀ ਨਾਲ ਸੰਗਤ ਵੀ ਲੱਗ ਰਹੀ ਹੈ, ਰੋਜ਼ ਸੰਗਤ ਹੁੰਦੀ ਹੈ, ਲੋਕ ਆਉਂਦੇ ਨੇ ਤੇ ਉਹਨਾਂ ਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਇੱਕ ਵਿਅਕਤੀ ਜਿਹੜਾ ਰੋਜ਼ ਸੰਗਤ ਵਿੱਚ ਜਾਂਦਾ ਹੈ, ਉਹਨੂੰ ਇੱਕ ਐਸਾ ਵਿਅਕਤੀ ਮਿਲਦਾ ਹੈ, ਉਹ ਕਹਿੰਦਾ ਵੀ ਮੈਂ ਤੁਹਾਨੂੰ ਕਦੇ ਸੰਗਤ ਵਿੱਚ ਨਹੀਂ ਵੇਖਿਆ। ਦੇਖੋ, ਹਰ ਬੰਦੇ ਨੇ ਨਾ ਸ਼ਬਦਾਵਲੀ ਐਸੀ ਵਰਤਣੀ ਹੁੰਦੀ ਹੈ ਜਿਸ ਤਰ੍ਹਾਂ ਦਾ ਉਹਦਾ ਸੁਭਾਅ ਹੋਵੇ। ਉਹ ਕਹਿੰਦਾ ਇਹ ਤਾਂ ਵਿਹਲੜਾਂ ਦਾ ਕੰਮ ਹੈ, ਮੈਂ ਉੱਥੇ ਕੀ ਕਰਨ ਜਾਵਾਂ, ਇਹ ਤਾਂ ਵਿਹਲੜਾਂ ਦਾ ਕੰਮ ਹੈ। ਉਹਨੂੰ ਬੜਾ ਮਹਿਸੂਸ ਹੋਇਆ। ਉਹ ਕਹਿੰਦਾ ਇੱਕ ਵਾਰੀ ਚੱਲ ਤਾਂ ਸਹੀ, ਤੈਨੂੰ ਉੱਥੇ ਜਾ ਕੇ ਪਤਾ ਲੱਗੇਗਾ, ਬੜਾ ਆਨੰਦ ਆਏਗਾ। ਉਹਦੇ ਆਖੇ ਲੱਗ ਕੇ ਉਹਦੇ ਨਾਲ ਚਲਾ ਗਿਆ। ਹੁਣ ਦੇਖੋ, ਉਹਦੇ ਬੜੇ ਵੱਡੇ ਭਾਗ। ਪਹਿਲੇ ਦਿਨ ਗਿਆ ਤੇ ਉਸ ਗੁਰਸਿੱਖ ਨੇ ਪਹਿਲੇ ਹੀ ਦਿਨ ਗੁਰੂ ਨਾਨਕ ਸਾਹਿਬ ਨੂੰ ਦੱਸ ਦਿੱਤਾ ਵੀ ਇਸ ਵਿਅਕਤੀ ਦੇ ਸੰਗਤ ਬਾਰੇ ਇਹ ਵਿਚਾਰ ਨੇ ਵੀ ਸੰਗਤ ਵਿੱਚ ਜਾਣਾ ਤਾਂ ਵਿਹਲੜਾਂ ਦਾ ਕੰਮ ਹੈ। ਸ਼ਾਮ ਹੋ ਗਈ, ਦੀਵਾਨ ਦੀ ਸਮਾਪਤੀ ਹੋਈ। ਪਾਤਸ਼ਾਹ ਨੇ ਪਹਿਲੇ ਦਿਨ ਇਹਨੂੰ ਆਪਣੇ ਕੋਲ ਬੁਲਾ ਲਿਆ। ਉਹਨੂੰ ਬੁਲਾਇਆ ਤੇ ਉਹਨੂੰ ਪੁੱਛਿਆ, ਪੁਰਖਾ, ਇਹ ਸਤ ਸੰਗੀ ਜਨ ਤੈਨੂੰ ਕਿਦਾਂ ਦੇ ਲੱਗਦੇ ਪਏ ਨੇ? ਹੁਣ ਉਹਨੇ ਉਹੀ ਜਵਾਬ ਦਿੱਤਾ ਜਿੱਦਾਂ ਦਾ ਉਹਦੀ ਸੁਭਾਅ ਸੀਗਾ। ਕਹਿੰਦਾ ਜੀ ਸਾਰੇ ਅਵਾਰਾ ਪਸ਼ੂਆਂ ਵਰਗੇ ਹੈਗੇ ਨੇ।
ਜਿਹਦੇ ਖੇਤ ਵਿੱਚ ਜਾਣਗੇ ਉਹਦਾ ਖੇਤ ਖਰਾਬ ਕਰ ਦੇਣਗੇ। ਦੇਖੋ ਉੱਥੇ ਸਾਨੂੰ ਇੱਕ ਸਮਝ ਆਉਂਦੀ ਹੈ ਕਿ ਉਸ ਵਿਅਕਤੀ ਦਾ ਸੁਭਾਅ ਪਸ਼ੂ ਪੁਣੇ ਵਾਲਾ ਹੈ, ਉਹਨੂੰ ਪਤਾ ਹੀ ਨਹੀਂ ਬੋਲਣਾ ਕੀ ਹੈ। ਆਪਾਂ ਸੁਖਮਣੀ ਸਾਹਿਬ ਵਿੱਚ ਵੀ ਪਾਤਸ਼ਾਹ ਕਹਿੰਦੇ ਨੇ ਕਰਤੂਤ ਪਸ਼ੂ ਕੀ, ਮਾਨਸ ਜਾਤ ਹੈ ਤਾਂ ਤੂੰ ਮਨੁੱਖ ਹੈ ਪਰ ਕਰਤੂਤਾਂ ਪਸ਼ੂਆਂ ਵਰਗੀਆਂ ਨੇ। ਅੱਛਾ, ਇਹ ਗੱਲ ਜਦੋਂ ਉਹਨੇ ਕਹੀ ਤੇ ਪਾਤਸ਼ਾਹ ਨੇ ਕੋਈ ਗੁੱਸਾ ਨਹੀਂ ਕੀਤਾ, ਪਾਤਸ਼ਾਹ ਮੁਸਕਰਾਏ। ਕੋਈ ਅੱਜ ਦਾ ਕੋਈ ਬਾਬਾ ਹੋਵੇ ਨਾ ਤੇ ਡਾਂਗਾ ਲੈ ਕੇ ਉਹਦੇ ਮਗਰ ਪੈ ਜਾਵੇ ਵੀ ਤੂੰ ਇਹ ਕਹਿ ਕਿਵੇਂ ਦਿੱਤਾ ਸਾਡੇ ਸੱਤ ਸੰਗੀਆਂ ਵਾਸਤੇ, ਜਾਂ ਕੋਈ ਵੀ ਹੋਵੇ ਪ੍ਰਬੰਧਕ, ਕਿਸੇ ਵੀ ਆਪਾਂ ਗੱਲ ਕਰ ਸਕਦੇ। ਪਾਤਸ਼ਾਹ ਮੁਸਕਰਾਏ, ਮੁਸਕਰਾ ਕੇ ਕਹਿੰਦੇ ਪੁਰਖਾ 5-7 ਦਿਨ ਟਿਕ। 5-7 ਦਿਨ ਲੰਘ ਗਏ, ਉਹਨੇ ਪਾਤਸ਼ਾਹ ਦੇ ਹੁਕਮ ਨੂੰ ਮੰਨਿਆ, ਟਿਕ ਗਿਆ। 5-7 ਦਿਨ ਲੰਘ ਗਏ, ਫਿਰ ਬੁਲਾਇਆ, ਫਿਰ ਇਹੀ ਸਵਾਲ ਕੀਤਾ, ਪੁਰਖਾ ਅੱਜ ਸਤ ਸੰਗੀ ਤੈਨੂੰ ਕਿਦਾਂ ਦੇ ਲੱਗਦੇ ਪਏ ਨੇ? ਕਹਿੰਦਾ ਮਹਾਰਾਜ ਬੜੇ ਚੰਗੇ ਮਨੁੱਖ ਨੇ। ਸੰਗਤ ਵਿੱਚ ਟਿਕਣ ਦੇ ਨਾਲ ਉਹਦੇ ਸੁਭਾਅ ਵਿੱਚ ਬਦਲਾਵ ਆ ਗਿਆ। ਜਿਹੜਾ ਸੁਭਾਅ ਪਸ਼ੂ ਪੁਣੇ ਵਾਲਾ ਸੀ ਉਹ ਮਨੁੱਖਤਾ ਵਾਲਾ ਹੋ ਗਿਆ, ਅੱਜ ਉਹਨੂੰ ਚੰਗੇ ਮਨੁੱਖ ਲੱਗਦੇ ਪਏ ਨੇ। ਪਾਤਸ਼ਾਹ ਨੇ ਫਿਰ ਕਿਹਾ, ਕਹਿੰਦਾ ਭਾਈ 5-7 ਦਿਨ ਹੋਰ ਟਿਕ। ਫਿਰ 5-7 ਦਿਨ ਲੰਘੇ, ਫਿਰ ਬੁਲਾਇਆ, ਫਿਰ ਇਹੀ ਸਵਾਲ ਕੀਤਾ, ਅੱਜ ਸਤ ਸੰਗੀ ਤੈਨੂੰ ਕਿਦਾਂ ਦੇ ਲੱਗਦੇ ਪਏ ਨੇ? ਕਹਿੰਦਾ ਮਹਾਰਾਜ ਇਹ ਤਾਂ ਸਾਰੇ ਹੀ ਦੇਵਤੇ ਨੇ, ਬੜੇ ਹੀ ਵਧੀਆ ਨੇ, ਬੜੇ ਹੀ ਚੰਗੇ ਨੇ, ਸਾਰੇ ਹੀ ਦੇਵਤੇ ਨੇ। ਉਹਦੇ ਸੁਭਾਅ ਵਿੱਚ ਹੋਰ ਤਰੱਕੀ ਹੋ ਗਈ, ਹੋਰ ਇੰਪਰੂਵਮੈਂਟ ਹੋ ਗਈ। ਉਹ ਕਿੱਥੇ ਪਸ਼ੂ ਪੁਣੇ ਵਾਲੀਆਂ ਗੱਲਾਂ ਕਰਦਾ, ਮਨੁੱਖਤਾ ਤੇ ਆ ਗਿਆ, ਹੁਣ ਉਹ ਦੇਵਤਾ ਬਣ ਗਿਆ, ਉਹਦਾ ਸੁਭਾਅ ਇਦਾਂ ਦਾ ਬਣ ਗਿਆ। ਪਾਤਸ਼ਾਹ ਨੇ ਕਿਹਾ 5-7 ਦਿਨ ਹੋਰ ਟਿਕ। ਫਿਰ ਬੁਲਾਇਆ, ਫਿਰ ਪੁੱਛਿਆ, ਕਹਿੰਦਾ ਮਹਾਰਾਜ ਸਾਰੇ ਹੀ ਪ੍ਰਮਾਤਮਾ ਦਾ ਰੂਪ ਨੇ, ਹੋਰ ਉੱਚਾ ਹੋ ਗਿਆ। ਇਹ ਸਤ ਸੰਗਤ ਦੀ ਪ੍ਰਾਪਤੀ ਹੈ। ਅਸੀਂ ਸੰਗਤ ਵਿੱਚ ਜਾ ਰਹੇ ਹਾਂ, ਸੰਗਤ ਵਿੱਚੋਂ ਜੇ ਪ੍ਰਾਪਤੀ ਨਹੀਂ ਹੋ ਰਹੀ ਤਾਂ ਕਿਤੇ ਨਾ ਕਿਤੇ ਸਾਡੇ ਅੰਦਰ ਕਮੀ ਹੈ, ਕਿਤੇ ਨਾ ਕਿਤੇ ਕਮੀ ਹੈ। ਭਗਤ ਕਬੀਰ ਜੀ ਕਹਿੰਦੇ ਨੇ ਕਿ ਜੇ ਤੁਹਾਨੂੰ ਗੁਰੂ ਕੋਲ ਜਾ ਕੇ ਵੀ ਪ੍ਰਾਪਤੀ ਨਹੀਂ ਹੈ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਤੁਹਾਡੇ 'ਚ ਕਮੀ ਹੈ। ਕਬੀਰ ਪੂਰਾ ਸਤਿਗੁਰ ਕਿਆ ਕਰੇ ਜਾਂ ਸਿੱਖਾਂ ਮੈਂ ਛੇਕ। ਸਿੱਖਾਂ ਵਿੱਚ ਕਿਤੇ ਕਿਤੇ ਕੋਈ ਕਮੀ ਹੋ ਸਕਦੀ ਹੈ, ਸਿੱਖਣ ਦੀ ਘਾਟ ਹੈ, ਜਾਂਚ ਨਹੀਂ ਹੈ, ਪਤਾ ਨਹੀਂ ਹੈ। ਸੰਗਤ ਵਿੱਚ ਜਾ ਕੇ ਵੀ, ਕਿਉਂਕਿ ਸਾਡਾ ਜਿਵੇਂ ਆਪਾਂ ਹੁਣੇ ਗੱਲ ਕੀਤੀ, ਉਂਗੇ ਸੂੰਗੇ ਤੇ ਚੁੰਗੇ ਵਾਲੀ ਸਾਡਾ ਧਿਆਨ ਕਿਤੇ ਨਾ ਕਿਤੇ ਇੱਧਰ ਉੱਧਰ ਭਟਕਦਾ ਰਹਿੰਦਾ, ਅਸੀਂ ਭਟਕਦੇ ਰਹਿੰਦੇ ਹਾਂ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਸਾਡੇ ਇਸ ਜੀਵਨ ਦੇ ਮਨੋਰਥ ਦੀ, ਸਾਡਾ ਆਪਣਾ ਸਾਰਿਆਂ ਨੇ ਅਸੀਂ ਆਪਣਾ ਆਪਣਾ ਇੱਕ ਗੋਲ ਫਿਕਸ ਕੀਤਾ ਹੋਇਆ ਹੈ, ਜਾਂ ਸਾਡੇ ਮਾਤਾ ਪਿਤਾ ਨੇ ਸਾਡੇ ਵਾਸਤੇ ਗੋਲ ਫਿਕਸ ਕੀਤਾ ਹੈ। ਅਸੀਂ ਆਪਣੇ ਬੱਚਿਆਂ ਵਾਸਤੇ ਇੱਕ ਫਿਕਸ ਕਰ ਲਿਆ ਕਿ ਮੈਂ ਆਪਣੇ ਬੱਚੇ ਨੂੰ ਡਾਕਟਰ ਬਣਾਉਣਾ ਹੈ, ਮੈਂ ਆਪਣੇ ਬੱਚੇ ਨੂੰ ਇੰਜੀਨੀਅਰ ਬਣਾਉਣਾ ਹੈ, ਮੇਰੀ ਬੱਚੀ ਐਡਵੋਕੇਟ ਬਣੇਗੀ। ਸਾਰਿਆਂ ਨੇ ਇੱਕ ਸਾਡੇ ਵਾਸਤੇ ਗੋਲ ਪੰਚਮ ਪਾਤਸ਼ਾਹ ਨੇ ਵੀ ਤੈਅ ਕੀਤਾ ਸਾਡੇ ਜੀਵਨ ਵਾਸਤੇ। ਰੋਜ਼ ਸ਼ਾਮ ਨੂੰ ਰਹਿਰਾਸ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਾਰੀ ਹੈ। ਇਹ ਜਿਹੜਾ ਮਨੁੱਖਾ ਸਰੀਰ ਮਿਲਿਆ, ਜਿਹੜੀ ਮਨੁੱਖਾ ਦੇਹ ਮਿਲੀ ਹੈ, ਇਹ ਉਸ ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸਜਰੀਆ। ਇਹ ਮਿਲਣ ਦੀ ਵਾਰੀ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਮਿਲ ਜਗਦੀਸ਼ ਮਿਲਣ ਕੀ ਬਰੀਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਦਿਆਂ ਪਾਤਸ਼ਾਹ ਕਹਿੰਦੇ ਨੇ ਨਾਨਕ ਕਹਿਤ ਮਿਲਣ ਕੀ ਬਰੀਆ। ਇਹ ਮਿਲਣ ਦੀ ਵਾਰੀ ਹੈ। ਹੁਣ ਇਸ ਵਾਰੀ ਨੂੰ, ਇਸ ਚੀਜ਼ ਨੂੰ ਕਿਵੇਂ ਪਤਾ ਲੱਗੇ? ਕਿਉਂਕਿ ਕੇਵਲ ਇੱਕ ਇਹੀ ਜਨਮ ਹੈ, ਮਨੁੱਖਾ ਜਨਮ, ਜਿਸ ਜਨਮ ਦੇ ਵਿੱਚ ਆ ਕੇ ਅਸੀਂ ਪਰਮਾਤਮਾ ਦੇ ਨਾਲ ਮਿਲ ਸਕਦੇ ਹਾਂ, ਹੋਰ ਕਿਸੇ ਜਨਮ ਦੇ ਵਿੱਚ ਨਹੀਂ, ਕੇਵਲ ਮਨੁੱਖਾ ਜਨਮ। ਤਾਂ ਹੀ ਤਾਂ ਪਾਤਸ਼ਾਹ ਕਹਿੰਦੇ ਜਿਹੜਾ ਮਨੁੱਖਾ ਜਨਮ ਮਿਲਿਆ ਇਹ ਤੇਰੀ ਗੋਬਿੰਦ ਨੂੰ ਮਿਲਣ ਦੀ ਵਾਰੀ ਹੈ। ਬਾਕੀ ਜਨਮਾਂ ਵਿੱਚ ਨਹੀਂ ਮਿਲਿਆ ਜਾ ਸਕੇਗਾ। ਬਾਕੀ ਜਨਮਾਂ ਨਾਲੋਂ ਇਸ ਜਨਮ ਦਾ ਇੱਕ ਅੰਤਰ ਹੈ। ਇਸ ਜਨਮ ਨੂੰ, ਇਸ ਮਨੁੱਖਾ ਜੂਨ ਨੂੰ ਸਭ ਤੋਂ ਉੱਤਮ ਜੂਨ ਕਿਹਾ ਗਿਆ। ਕਿਉਂ? ਕਿਉਂਕਿ ਕੇਵਲ ਇਸੇ ਜਨਮ ਦੇ ਵਿੱਚ ਆ ਕੇ ਆਪਾਂ ਪਰਮਾਤਮਾ ਦਾ ਨਾਮ ਜਪ ਸਕਦੇ ਹਾਂ, ਹੋਰ ਕਿਸੇ ਜਨਮ ਦੇ ਵਿੱਚ ਨਹੀਂ। ਹੁਣ ਜਦੋਂ ਆਪਾਂ ਰਹਿਰਾਸ ਸਾਹਿਬ ਦੀ ਬਾਣੀ ਤੇ ਦੁਬਾਰਾ ਆਈਏ,
ਪਾਤਸ਼ਾਹ ਕਹਿੰਦੇ ਨੇ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੇ ਅਗਲੀਆਂ ਪੰਕਤੀਆਂ ਦੇ ਵਿੱਚ ਪਾਤਸ਼ਾਹ ਸਾਨੂੰ ਰਸਤਾ ਵੀ ਦੱਸਦੇ ਪਏ ਨੇ। ਪਾਤਸ਼ਾਹ ਕਹਿੰਦੇ ਨੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇ ਬਲਣਾ। ਬਾਕੀ ਜਿਹੜੇ ਤੂੰ ਧਰਮ ਦੇ ਕੰਮ ਸਮਝ ਕੇ ਕਰਦਾ ਪਿਆ ਨਾ, ਕੋਈ ਵਰਤ ਰੱਖਦਾ ਪਿਆ, ਕੋਈ ਚਲੀਏ ਕੱਟਦਾ ਪਿਆ, ਬੜੇ ਸਾਰੇ ਕੰਮ ਕਰਦੇ ਪਏ, ਬਹੁਤ ਕੁਝ ਕਰਦੇ ਪਏ ਆ। ਆਪਾਂ ਪਹਿਲਾਂ ਵੀ ਵਿਸ਼ੇ ਤੇ ਵਿਚਾਰ ਕੀਤੀ ਹੈ, ਕਿਸੇ ਦਿਨ ਨੂੰ ਚੰਗਾ ਸਮਝ ਲਿਆ, ਕਿਸੇ ਨੂੰ ਮਾੜਾ ਸਮਝ ਲਿਆ, ਆਹੀ ਦੇਣਾ ਕੁਝ ਕਰਨਾ। ਬੜੇ ਸਾਰੇ ਐਸੇ ਕੰਮਾਂ 'ਚ ਅਸੀਂ ਉਲਝੇ ਹੋਏ ਹਾਂ ਧਰਮ ਦੇ ਨਾਮ ਤੇ। ਉਸ ਸਥਾਨ ਤੇ ਚਲੇ ਜਾਈਏ, ਉਹ ਬੜਾ ਪਵਿੱਤਰ ਹੈ, ਉੱਥੇ ਜਾ ਕੇ ਇਹ ਪ੍ਰਾਪਤੀ ਹੈ। ਬੜਾ ਕੁਝ ਐਸਾ ਕੀਤਾ ਗਿਆ, ਬੜਾ ਕੁਝ ਐਸਾ ਤੈਅ ਕਰ ਦਿੱਤਾ ਗਿਆ ਧਰਮ ਦੀ ਦੁਨੀਆ ਵਿੱਚ। ਪਾਤਸ਼ਾਹ ਕਹਿੰਦੇ ਨੇ ਅਵਰ ਕਾਜ ਤੇਰੇ ਕਿਤੇ ਨਾ ਕਾਮ। ਹੋਰ ਕੋਈ ਜਿਹੜੇ ਆ ਕੰਮ ਕਰ ਰਹੇ ਨੇ, ਕਿਸੇ ਤੇਰੇ ਲੇਖੇ ਵਿੱਚ ਨਹੀਂ ਆਉਣੇ, ਕਿਸੇ ਲੇਖੇ 'ਚ ਨਹੀਂ ਆਉਣੇ। ਮਿਲ ਸਾਧ ਸੰਗਤ ਭਜ ਕੇ ਬਲਣਾ। ਸੰਗਤ ਵਿੱਚ ਮਿਲ ਬੈਠ ਕੇ ਤੇ ਨਾਮ ਨੂੰ ਜਪ ਲੈ, ਨਾਮ ਦਾ ਭਜਨ ਕਰ ਲੈ, ਨਾਮ ਦੇ ਨਾਲ ਸਾਂਝ ਪਾ ਲੈ। ਹੋਰ ਕਿਤੇ ਕੋਈ ਪ੍ਰਾਪਤੀ ਨਹੀਂ ਹੈ। ਬੜਾ ਵਧੀਆ, ਬੜਾ ਸਿੰਪਲ ਰਸਤਾ ਦਿੱਤਾ ਹੈ ਪਾਤਸ਼ਾਹ ਨੇ ਇਸ ਮਨੁੱਖਾ ਜਨਮ ਨੂੰ ਸਫਲ ਕਰਨ ਦੇ ਲਈ। ਅਸੀਂ ਬੜੀਆਂ ਸਾਰੀਆਂ ਉਲਝਣਾਂ ਦੇ ਵਿੱਚ ਫਸੇ ਹਾਂ। ਬੜਾ ਕੁਝ ਐਸਾ ਹੋਰ ਅਸੀਂ ਅਡਾਪਟ ਕਰ ਲਿਆ ਜਾਂ ਸਾਨੂੰ ਕਰਵਾ ਦਿੱਤਾ ਗਿਆ ਧਰਮ ਦੇ ਨਾਮ ਤੇ ਵੀ ਇਹ ਚੀਜ਼ ਇਸ ਤਰੀਕੇ ਨਾਲ ਕਰੋ, ਇਹ ਚੀਜ਼ ਇਸ ਤਰੀਕੇ ਨਾਲ ਕਰੋ, ਇਹ ਇੰਨੀ ਵਾਰੀ ਕਰੋ, ਇਹ ਇਸ ਦਿਨ ਕਰੋ, ਇਸ ਦਿਨ ਇਹ ਨਹੀਂ ਕਰਨਾ। ਬੜਾ ਕੁਝ ਐਸਾ ਦੱਸ ਦਿੱਤਾ ਗਿਆ। ਪਾਤਸ਼ਾਹ ਕਹਿੰਦੇ ਅਵਰ ਕਾਜ ਤੇ ਕਿਤੇ ਨਾ ਕਾਮ, ਕੁਝ ਨਹੀਂ ਕਿਤੇ ਪ੍ਰਾਪਤੀ। ਕੇਵਲ ਪਰਮਾਤਮਾ ਦਾ ਨਾਮ ਜਪੋ ਸੰਗਤ ਵਿੱਚ ਬੈਠ ਕੇ, ਤੇ ਸੰਗਤ ਵਿੱਚ ਪ੍ਰਾਪਤੀ ਹੋਣੀ ਹੋਣੀ ਹੈ। ਕਿਉਂਕਿ ਸੰਗਤ ਦੀ ਪ੍ਰਾਪਤੀ ਜਿਹੜੀ ਹੋਣੀ ਹੈ ਨਾ, ਸੰਗਤ ਵਿੱਚੋਂ ਪ੍ਰਾਪਤੀ ਹੋਣੀ ਹੈ, ਪਰ ਸੰਗਤ ਦੀ ਪ੍ਰਾਪਤੀ ਜਿਹੜੀ ਹੈ ਉਹ ਵੱਡੇ ਭਾਗਾਂ ਦੇ ਨਾਲ ਹੋਣੀ ਹੈ। ਵੱਡੇ ਭਾਗਾਂ ਦੇ ਨਾਲ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੇ। ਜਿਹੜਾ ਵੱਡਿਆਂ ਭਾਗਾਂ ਵਾਲਾ ਉਸੇ ਨੂੰ ਸੰਗਤ ਦੀ ਪ੍ਰਾਪਤੀ ਹੈ, ਤੇ ਜਿਹੜਾ ਭਾਗਹੀਣ ਹੈ, ਜਿਹਦੇ ਭਾਗਾਂ ਵਿੱਚ ਸੰਗਤ ਨਹੀਂ ਹੈ, ਉਹ ਭਰਮ ਦੇ ਵਿੱਚ ਭਟਕਦਾ ਪਿਆ ਹੈ ਤੇ ਵਿਕਾਰਾਂ ਦੀਆਂ ਚੋਟਾਂ ਖਾਈ ਜਾਂਦਾ। ਉਹ ਭਰਮ ਵਿੱਚ ਭਟਕੀ ਜਾਂਦਾ, ਕਿਸੇ ਭਰਮ ਵਿੱਚ ਉਲਝਿਆ ਪਿਆ, ਕਿਤੇ ਇਹ ਹੋ ਰਿਹਾ, ਕਿਤੇ ਇਹ ਹੋ ਰਿਹਾ, ਇਸੇ ਭਰਮ ਵਿੱਚ ਜੀਵਨ ਲੰਘਾਈ ਜਾਂਦਾ ਆਪਦਾ। ਉਹ ਇਸੇ ਚੋਟਾਂ ਦੇ ਵਿੱਚ ਹੀ ਲੰਘਿਆ ਹੋਇਆ, ਨਿਕਲਿਆ ਹੋਇਆ। ਪਾਤਸ਼ਾਹ ਕਹਿੰਦੇ ਨੇ ਸੰਗਤ ਦੀ ਪ੍ਰਾਪਤੀ ਵੱਡਿਆਂ ਭਾਗਾਂ ਨਾਲ ਹੋਣੀ ਹੈ। ਸੰਗਤ ਵਿੱਚ ਮਿਲ ਬੈਠੋ। ਤੇ ਜਦੋਂ ਸੰਗਤ ਦੀ ਗੱਲ ਕਰਦੇ ਆ, ਸੰਗਤ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਆ, ਪਾਤਸ਼ਾਹ ਕਹਿੰਦੇ ਨੇ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ। ਜਦੋਂ ਤੋਂ ਮੈਨੂੰ ਸੰਗਤ ਦੀ ਪ੍ਰਾਪਤੀ ਹੋ ਗਈ ਹੈ, ਬਾਹਰ ਸਭ ਕੁਝ ਭੁੱਲ ਗਿਆ। ਮੈਨੂੰ ਭੁੱਲ ਗਿਆ ਕਿ ਪਰਾਇਆ ਕੀ ਹੈ, ਸਭ ਕੁਝ ਆਪਣਾ ਹੀ ਹੈ। ਯਾਦ ਕਰੀਏ ਭਾਈ ਕਨ੍ਹਈਆ ਜੀ ਦੀ ਸਾਖੀ, ਸਭ ਕੁਝ ਆਪਣਾ ਹੀ ਲੱਗਦਾ ਪਿਆ। ਨਾ ਕੋ ਬੈਰੀ ਨਾ ਹੈ ਬੇਗਾਨਾ, ਇਹ ਵਾਲੀ ਅਵਸਥਾ ਬਣ ਜਾਂਦੀ ਹੈ। ਕੋਈ ਪਰਾਇਆ ਲੱਗਦਾ ਹੀ ਨਹੀਂ। ਦੁਸ਼ਮਣ ਦੇ ਨਾਲ ਸਿੱਖ ਲੜਦੇ ਪਏ ਨੇ ਗੁਰੂ ਸਾਹਿਬ ਦੇ, ਪਰ ਭਾਈ ਕਨ੍ਹਈਆ ਜੀ ਉਹਨਾਂ ਨੂੰ ਵੀ ਜਲ ਛਕਾਰੇ ਨੇ। ਕਹਿੰਦੇ ਪਾਤਸ਼ਾਹ ਮੇਰੇ ਵਾਸਤੇ ਤਾਂ ਸਾਰੇ ਇੱਕੋ ਨੇ। ਇਹ ਅਸਰ ਹੈ ਸੰਗਤ ਦਾ, ਇਹ ਅਸਰ ਹੈ ਬਾਣੀ ਦਾ, ਇਹ ਅਸਰ ਹੈ ਉਸ ਜਿਹੜਾ ਭਜਨ ਕੀਤਾ ਹੋਇਆ, ਜਿਹੜਾ ਨਾਮ ਜਪਿਆ ਹੋਇਆ, ਉਹਦਾ ਅਸਰ ਹੈ। ਜਿਹੜਾ ਸੰਗਤ ਵਿੱਚ ਬੈਠ ਕੇ ਜਪਿਆ ਨਾਮ ਹੈ, ਜਿਹਦੇ ਨਾਲ ਪ੍ਰਾਪਤੀ ਹੈ। ਪਾਤਸ਼ਾਹ ਕਹਿੰਦੇ ਨੇ ਜੇ ਸੰਗਤ ਵਿੱਚ ਜਾ ਕੇ ਵੀ ਅਸਰ ਨਹੀਂ ਨਾ ਹੁੰਦਾ, ਤਾਂ ਫਿਰ ਉਹੀ ਗੱਲ ਜਿਵੇਂ ਆਪਾਂ ਪਹਿਲਾਂ ਆਰੰਭਤਾ 'ਚ ਕੀਤੀ ਹੈ, ਕਬੀਰ ਬਾਂਸ ਬੜਾਈ ਬੁੱਢਿਆ ਇਉਂ ਮਤ ਡੁੱਬੈ ਕੋਏ, ਚੰਦਨ ਕੈ ਨਿਕਟੇ ਬਸੇ ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਨੇੜੇ ਰਹਿ ਕੇ ਵੀ ਬਾਂਸ ਉਸ ਖੁਸ਼ਬੂ ਨੂੰ ਪ੍ਰਾਪਤ ਨਹੀਂ ਕਰਦਾ ਜਿਸ ਖੁਸ਼ਬੂ ਨੂੰ ਬਾਕੀ ਪੌਦੇ ਪ੍ਰਾਪਤ ਕਰ ਲੈਂਦੇ ਨੇ। ਉਹ ਹਉਮੈ ਵਿੱਚ ਹੈ, ਹੰਕਾਰ ਵਿੱਚ ਹੈ। ਇਹਦਾ ਮਤਲਬ ਜੇ ਕਿਤੇ ਸਾਡੇ ਕੋਲ ਪ੍ਰਾਪਤੀ ਨਹੀਂ ਹੋ ਰਹੀ, ਤਾਂ ਅਸੀਂ ਵੀ ਕਿਤੇ ਵਿਕਾਰਾਂ ਦੇ ਵਿੱਚ ਆਉਣੇ। ਗੱਲ ਭਾਗਹੀਨ ਭਰਮ ਚੋਟਾਂ ਖਾਏ, ਕਿਤੇ ਨਾ ਕਿਤੇ ਕਿਸੇ ਨਾ ਕਿਸੇ ਵਿਕਾਰ ਨੇ ਸਾਡੇ ਤੇ ਜ਼ੋਰ ਪਾਇਆ ਹੋਇਆ ਹੈ। ਅਸੀਂ ਉਹਦੇ ਪ੍ਰਭਾਵ ਵਿੱਚ ਚੱਲ ਰਹੇ ਹਾਂ। ਹੁਣ ਗੁਰੂ ਸਾਹਿਬ ਨੇ ਸੰਗਤ ਦੀ ਗੱਲ ਕੀਤੀ, ਭੈੜੀ ਸੰਗਤ ਤੋਂ ਬਚਾਉਣ ਦੀ ਗੱਲ ਕੀਤੀ। ਕਿਸੇ ਸਾਖਤ ਦੇ ਨਾਲ ਸੰਗ ਨਹੀਂ ਕਰਨਾ। ਸਾਖਤ ਭਾਵ ਉਹ ਜਿਹੜਾ ਮਨੁੱਖ ਪਰਮਾਤਮਾ ਤੋਂ ਟੁੱਟਿਆ ਹੋਇਆ, ਦੂਰ ਹੈ, ਜਿਹੜਾ ਧਰਮ ਦੇ ਰਸਤੇ ਤੇ ਨਹੀਂ ਚੱਲ ਰਿਹਾ, ਇਸ ਪਾਸੇ ਨਹੀਂ ਆ ਰਿਹਾ। ਅੱਜ ਸਾਨੂੰ ਨਾ ਇੱਕ ਬੜਾ ਵੱਡਾ ਆਲਾ ਦੁਆਲਾ ਜਦੋਂ ਅਸੀਂ ਵਾਤਾਵਰਨ ਦੇਖਦੇ ਹਾਂ, ਅੱਜ ਸਾਡੇ ਵਿੱਚ ਇਸ ਸਮੇਂ ਦਾ ਪ੍ਰਭਾਵ ਹੈ। ਸਮੇਂ ਦੇ ਕਾਰਨ
ਅਸੀਂ ਬੜਾ ਕੁਝ ਐਸਾ ਕਰ ਜਾਂਦੇ ਆ ਜਿਹੜਾ ਕੇਵਲ ਵੇਖਾ ਵਿਖਾਈ ਕਰਦੇ ਆ। ਕੋਈ ਵੀ ਕੰਮ ਕਰਨਾ, ਇਹ ਉਹਨੇ ਕੀਤਾ ਸੀ ਇਸ ਕਰਕੇ ਕਰਨਾ, ਇਹ ਉਹਨੇ ਨਹੀਂ ਕੀਤਾ ਇਸ ਕਰਕੇ ਨਹੀਂ ਕਰਨਾ। ਅਸੀਂ ਘਰ ਦੇ ਵਿੱਚ ਕੋਈ ਵੀ ਆਪਣਾ ਪ੍ਰੋਗਰਾਮ ਕਰਨਾ ਹੈ, ਸਾਨੂੰ ਨਹੀਂ ਪਤਾ ਵੀ ਅਸੀਂ ਉੱਥੇ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ, ਅਸੀਂ ਵੇਖਾ ਵਿਖਾਈ ਸਭ ਕੁਝ ਕਰਦੇ ਹਾਂ। ਇੱਕ ਐਗਜ਼ਾਮਪਲ ਆਪਾਂ ਲੈ ਲੈਣੇ, ਆਪਾਂ ਘਰ 'ਚ ਆਨੰਦ ਕਾਰਜ ਰੱਖਿਆ ਬੱਚੇ ਬੱਚੀ ਦਾ, ਰਹਿਤ ਮਰਿਆਦਾ ਨੂੰ ਅਸੀਂ ਅੱਜ ਤੱਕ ਪੜ੍ਹਿਆ ਨਹੀਂ, ਸਾਨੂੰ ਪਤਾ ਹੀ ਨਹੀਂ ਵੀ ਕੀ ਕਰਨਾ ਹੈ, ਸਾਡੇ ਪੰਥ ਦਾ ਗੁਰੂ ਸਾਹਿਬ ਦਾ ਕੀ ਆਦੇਸ਼ ਹੈ, ਸਾਨੂੰ ਪਤਾ ਹੀ ਨਹੀਂ ਕਿਉਂਕਿ ਅਸੀਂ ਪੜ੍ਹਿਆ ਹੀ ਨਹੀਂ। ਪਰ ਇਹ ਜ਼ਰੂਰ ਪਤਾ ਹੈ ਕਿ ਰਿੰਗ ਸੈਰਾਮਨੀ ਕਰਨੀ ਹੈ ਕਿਉਂਕਿ ਉਹਨਾਂ ਨੇ ਕੀਤੀ ਸੀ। ਇਹ ਪਤਾ ਕਿ ਮਹਿੰਦੀ ਦੀ ਰਾਤ ਕਰਨੀ ਕਿਉਂਕਿ ਦੂਜੇ ਗੁਆਂਢੀਆਂ ਨੇ ਕੀਤੀ ਸੀ। ਉਹਨਾਂ ਚੀਜ਼ਾਂ ਦਾ ਪਤਾ ਹੈ ਜਿਹੜੀਆਂ ਅਸੀਂ ਵੇਖਦੇ ਹਾਂ। ਵੇਖਾ ਵਿਖਾਈ ਅਸੀਂ ਬਹੁਤ ਕੁਝ ਕਰਦੇ ਹਾਂ। ਅੱਜ ਵੇਖਾ ਵਿਖਾਈ ਵੀ ਮੈਂ ਉਹ ਬੜਾ ਪਰਸਨੈਲਿਟੀ ਹੈ ਉਹਦੀ, ਤੇ ਮੇਰੀ ਵੀ ਪਰਸਨੈਲਿਟੀ ਹੋਣੀ ਚਾਹੀਦੀ ਹੈ। ਇਹ ਫੈਸ਼ਨ ਪ੍ਰਸਤੀ ਦੀ ਦੌੜ ਕਿਸ ਕਰਕੇ ਹੈ ਕਿ ਮੇਰੀ ਵੀ ਦਿੱਖ ਵਧੀਆ ਹੋਣੀ ਚਾਹੀਦੀ ਹੈ, ਮੈਂ ਵੀ ਬਾਕੀਆਂ ਵਾਂਗ ਚੰਗਾ ਲੱਗਾ, ਮੈਂ ਵੀ ਚੰਗੀ ਲੱਗਾ। ਜਗ੍ਹਾ ਜਗ੍ਹਾ ਖੁੱਲੇ ਬਿਊਟੀ ਪਾਰਲਰ ਇਸੇ ਚੀਜ਼ ਦਾ ਇੱਕ ਮੈਸੇਜ ਦਿੰਦੇ ਨੇ ਸਾਨੂੰ ਕਿ ਅਸੀਂ ਸੋਹਣੇ ਲੱਗਣਾ ਚਾਹੀਦਾ ਦੂਜਿਆਂ ਨਾਲੋਂ। ਪਰ ਜਦੋਂ ਆਪਾਂ ਬਾਣੀ ਪੜ੍ਹੀਏ, ਪਾਤਸ਼ਾਹ ਕਹਿੰਦੇ ਨੇ ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਜਿਹੜੇ ਸੰਗਤ ਵਿੱਚ ਬਹਿੰਦੇ ਨੇ ਉਹੀ ਸੁੰਦਰ ਨੇ ਪਰਮਾਤਮਾ ਦੀ ਨਜ਼ਰ ਵਿੱਚ, ਉਹੀ ਸੋਹਣੇ ਨੇ। ਬਾਹਰੀ ਸੁੰਦਰਤਾ ਨੂੰ ਕਿੰਨੇ ਪ੍ਰਵਾਨ ਕਰਨਾ ਹੈ? ਉੱਥੇ ਉੱਥੇ ਤੁਹਾਡੇ ਅੰਦਰ ਗੁਣਾਂ ਦੀ ਗੱਲ ਹੈ। ਸਹੀ ਸੱਜਣ ਸਹੀ ਨਾਲ ਮੈਂ, ਜਿਹੜੇ ਗੁਣ ਲੈ ਕੇ ਜਾ ਰਹੇ ਹੋ ਉਹੀ ਨਾਲ ਜਾਣਗੇ, ਉਹੀ ਪ੍ਰਵਾਨ ਨੇ। ਉੱਥੇ ਗੁਣਾਂ ਦੀ ਗੱਲ ਪ੍ਰਵਾਨ ਹੈ। ਪੰਜ ਪ੍ਰਵਾਨ ਪੰਜ ਪ੍ਰਧਾਨ ਉੱਥੇ ਉਹ ਨੇ ਜਿਨ੍ਹਾਂ ਨੇ ਸੁਣ ਕੇ ਮੰਨ ਲਿਆ। ਉੱਥੇ ਉਹ ਨਹੀਂ ਕਿ ਬਾਹਰੀ ਤੌਰ ਤੇ ਤੁਸੀਂ ਕੀ ਹੋ, ਤੁਸੀਂ ਆਪਣੇ ਅੰਦਰ ਕੀ ਰੱਖਿਆ ਹੈ, ਤੁਹਾਡੇ ਅੰਦਰ ਸੰਗਤ ਵਿੱਚ ਬੈਠ ਕੇ ਤੁਸੀਂ ਕਿਹੜੇ ਗੁਣ ਪ੍ਰਾਪਤ ਕੀਤੇ ਨੇ। ਸੰਗਤ ਬਰਾਬਰੀ ਦੀ ਭਾਵਨਾ ਵੀ ਦਿੰਦੀ ਹੈ, ਬਿਨਾਂ ਭੇਦ ਭਾਵ ਦੇ, ਬਿਨਾਂ ਕਿਸੇ ਜਾਤ ਪਾਤ ਦੇ। ਸਭ ਨੇ ਇਕੱਠੇ ਬੈਠਣਾ ਹੈ, ਕਿਤੇ ਕੋਈ ਭੇਦ ਭਾਵ ਨਹੀਂ ਹੈ, ਕਿਤੇ ਵੀ ਐਸਾ ਕੁਝ ਵੀ ਨਹੀਂ ਹੈ। ਇਹ ਬਰਾਬਰੀ ਵੀ ਹੈ, ਇਕੱਠੇ ਬੈਠਣਾ, ਬਰਾਬਰ ਹੋਣਾ। ਇਸੇ ਤਰ੍ਹਾਂ ਜਦੋਂ ਆਪਾਂ ਸੰਗਤ ਦੇ ਨਾਲ ਨਾਲ ਪੰਗਤ ਦੀ ਗੱਲ ਕਰਦੇ ਹਾਂ, ਪੰਗਤ ਬਰਾਬਰੀ, ਇੱਕ ਪੰਕਤੀ ਵਿੱਚ ਬੈਠਣਾ। ਪੰਗਤ ਆਪਾਂ ਉਦੋਂ ਕਹਿ ਦਿੰਦੇ ਆ ਜਦੋਂ ਆਪਾਂ ਲੰਗਰ ਛਕਣਾ ਹੋਵੇ, ਵੀ ਲੰਗਰ ਛਕਣਾ ਜੀ, ਚਲੋ ਪੰਗਤਾਂ ਲਗਾਓ, ਜਿਹਨੂੰ ਆਪਾਂ ਅੱਜ ਦੀ ਭਾਸ਼ਾ ਕਹਿੰਦੇ ਚਲੋ ਲਾਈਨਾਂ ਲਗਾਓ। ਪੰਗਤ ਪੰਕਤੀ ਬਰਾਬਰੀ, ਕੋਈ ਊਚ ਨੀਚ ਨਹੀਂ, ਕਿਸੇ ਕਿਸਮ ਦਾ ਕੋਈ ਭੇਦ ਭਾਵ ਨਹੀਂ, ਬਰਾਬਰੀ ਦੀ ਗੱਲ ਹੈ। ਹੁਣੇ ਚੇਅਰਮੈਨ ਸਾਹਿਬ ਵੀ ਕਹਿ ਰਹੇ ਸਨ ਕਿ ਤੀਸਰੇ ਪਾਤਸ਼ਾਹ ਨੇ ਹੁਕਮ ਦਿੱਤਾ ਸੀ ਕਿ ਜਿਹੜਾ ਵੀ ਮੈਨੂੰ ਮਿਲਣ ਆਏਗਾ ਪਹਿਲੇ ਪੰਗਤ ਵਿੱਚ ਬੈਠ ਕੇ ਲੰਗਰ ਛਕ ਕੇ ਉਸ ਤੋਂ ਬਾਅਦ ਗੁਰੂ ਕੋਲ ਜਾਣਾ। ਪਹਿਲੇ ਪੰਗਤ ਪਾਤਸ਼ਾਹ ਸੰਗਤ, ਪਹਿਲੇ ਫਿਰ ਪਿੱਛੋਂ ਸੰਗਤ ਵਿੱਚ ਜਾਣਾ, ਬਾਅਦ ਵਿੱਚ ਪਹਿਲੇ ਪੰਗਤ ਵਿੱਚ ਬੈਠਣਾ। ਬਰਾਬਰੀ ਦੀ ਭਾਵਨਾ। ਅਕਬਰ ਬਾਦਸ਼ਾਹ ਆਇਆ ਸੀ ਗੁਰੂ ਅਮਰਦਾਸ ਸਾਹਿਬ ਰਾਜ ਨੂੰ ਮਿਲਣ ਵਾਸਤੇ ਗੋਇੰਦਵਾਲ ਦੀ ਧਰਤੀ ਤੇ। ਉਸਨੇ ਵੀ ਪਹਿਲੇ ਪੰਗਤ ਵਿੱਚ ਲੰਗਰ ਛਕਿਆ ਸੀ। ਜਦੋਂ ਉਹਨੇ ਲੰਗਰ ਛਕਿਆ, ਲੰਗਰ ਦੀ ਮਰਿਆਦਾ ਤੋਂ ਬੜਾ ਪ੍ਰਭਾਵਿਤ ਹੋਇਆ। ਉਹਨੇ ਇਹ ਕਿਹਾ, ਆਪਣੀ ਇੱਛਾ ਪ੍ਰਗਟ ਕੀਤੀ ਕਿ ਮੈਂ ਇਸ ਲੰਗਰ ਵਾਸਤੇ ਕੁਝ ਜ਼ਮੀਨ ਦੌਲਤ ਦਾਨ ਦੇਣੀ ਚਾਹੁੰਦਾ। ਪਾਤਸ਼ਾਹ ਨੇ ਪ੍ਰਵਾਨ ਨਹੀਂ ਕੀਤਾ, ਕਹਿੰਦੇ ਨਹੀਂ, ਇਹ ਸੰਗਤ ਦੀ ਮਾਇਆ ਨਾਲ ਹੀ ਚੱਲੇਗਾ। ਇਹ ਜਿਹੜਾ ਲੰਗਰ ਹੈ ਇਹ ਸੰਗਤ ਦੀ ਮਾਇਆ ਨਾਲ ਹੀ ਚੱਲੇਗਾ। ਬਾਅਦ ਵਿੱਚ ਦਸਵੰਧ ਦੀ ਪ੍ਰਥਾ ਲਾਗੂ ਹੋ ਗਈ। ਉਸ ਦਸਵੰਧ ਦੀ ਪ੍ਰਥਾ ਨੇ ਸਾਰੀਆਂ ਚੀਜ਼ਾਂ ਹੋਰ ਮਜ਼ਬੂਤ ਕਰ ਦਿੱਤੀਆਂ। ਲੰਗਰ ਦੀ ਆਰੰਭਤਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਤੋਂ ਹੋਈ ਹੈ। ਪਰ ਜਦੋਂ ਆਪਾਂ ਦੂਸਰੇ ਪਾਤਸ਼ਾਹ ਦੇ ਸਮੇਂ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਦੂਸਰੇ ਪਾਤਸ਼ਾਹ ਦੇ ਸਮੇਂ ਲੰਗਰ ਨੂੰ ਬੜੇ ਸਿਸਟਮੈਟਿਕਲੀ ਵੇ ਦੇ ਨਾਲ ਆਰਗੇਨਾਈਜ਼ ਕੀਤਾ ਗਿਆ। ਮਾਤਾ ਖੀਵੀ ਜੀ ਦਾ ਜ਼ਿਕਰ ਆਂਦਾ ਗੁਰਬਾਣੀ ਦੇ ਵਿੱਚ, ਬਲਵੰਡ ਖੀਵੀ ਨੇਕ ਜਨ। ਇੱਕੋ ਇੱਕ ਮਾਤਾ ਜੀ ਨੇ, ਔਰਤ ਨੇ, ਜਿਨ੍ਹਾਂ ਦਾ ਨਾਮ ਵਿਸ਼ੇਸ਼ ਤੌਰ ਤੇ ਗੁਰਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਕਿ ਜਿੱਥੇ ਗੁਰੂ ਸਾਹਿਬ ਸ਼ਬਦ ਦਾ ਲੰਗਰ ਵਰਤਾ ਰਹੇ ਨੇ, ਸ਼ਬਦ ਦੇ ਲੰਗਰ ਦੀ ਗੱਲ ਕਰ ਰਹੇ ਨੇ, ਲੋਕਾਂ ਨੂੰ ਸ਼ਬਦ ਦੇ ਨਾਲ ਗੁਰਬਾਣੀ ਦੇ ਨਾਲ ਜੋੜ ਰਹੇ ਨੇ, ਉੱਥੇ ਮਾਤਾ ਖੀਵੀ ਜੀ ਲੰਗਰ ਦੀ ਇਸ ਮਰਿਆਦਾ ਨੂੰ ਬੜੇ ਵਧੀਆ ਤਰੀਕੇ ਨਾਲ ਸੰਭਾਲ ਰਹੇ ਨੇ। ਘਿਓ ਵਾਲੀ ਖੀਰ ਵੰਡੀ ਜਾ ਰਹੀ ਆ, ਉੱਥੇ ਖੀਰ ਘਿਆਲੀ, ਘਿਓ ਵਾਲੀ ਖੀਰ ਵੰਡੀ ਜਾ ਰਹੀ ਹੈ। ਇਹ ਦੋਨੋਂ ਮਰਿਆਦਾਵਾਂ ਨਾਲ ਚੱਲਣੀਆਂ ਨੇ।
ਭਾਈ ਲਹਿਣਾ ਜੀ ਜਿਹੜੇ ਬਾਅਦ ਵਿੱਚ ਗੁਰੂ ਅੰਗਦ ਸਾਹਿਬ ਬਣੇ ਨੇ, ਜਿਹੜੇ ਲੰਗਰ ਨੂੰ ਸੰਭਾਲ ਰਹੇ ਨੇ, ਭਾਈ ਲਹਿਣਾ ਜੀ ਦਾ ਸੰਗ ਕਿਹਦੇ ਨਾਲ ਹੋਇਆ ਸੀ? ਭਾਈ ਲਹਿਣਾ ਜੀ ਤਾਂ ਹਰ ਸਾਲ ਦੇਵੀ ਦੀ ਯਾਤਰਾ ਤੇ ਜਾਂਦੇ ਸਨ ਨਾ, ਉਹਨਾਂ ਦਾ ਸੰਗ ਕਿਹਦੇ ਨਾਲ ਹੋਇਆ ਸੀ? ਭਾਈ ਜੋਧ ਜੀ ਉਹਨਾਂ ਕੋਲੋਂ, ਉਹ ਦੁਕਾਨਦਾਰ ਸਨ ਭਾਈ ਲਹਿਣਾ ਜੀ, ਉਹਨਾਂ ਦੀ ਦੁਕਾਨ ਤੋਂ ਕੁਝ ਸਮਾਨ ਲੈਣ ਆਏ ਨੇ, ਤੇ ਜਦੋਂ ਲੈਣ ਆਏ ਨੇ ਤੇ ਇੱਕ ਬਾਣੀ ਪੜ੍ਹਦੇ ਪਏ ਨੇ, ਉਹ ਬਾਣੀ ਦੀ ਇੱਕ ਪੰਕਤੀ ਨੂੰ ਸੁਣਿਆ, ਉਹਦੇ ਨਾਲ ਸੰਗ ਹੋਇਆ ਤੇ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਨੂੰ ਚਲੇ ਗਏ। ਬਾਬਾ ਅਮਰਦਾਸ ਜੀ ਆਪਣੇ ਘਰ ਦੇ ਵਿੱਚ ਹੀ ਬੀਬੀ ਅਮਰੋ ਜੀ ਪਾਸੋਂ ਗੁਰਬਾਣੀ ਦੀ ਇੱਕ ਪੰਕਤੀ ਨੂੰ ਸੁਣਦੇ ਨੇ, ਉਸ ਪੰਕਤੀ ਨਾਲ ਸੰਗ ਹੁੰਦਾ ਹੈ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਦਰਸ਼ਨਾਂ ਲਈ ਆ ਜਾਂਦੇ ਨੇ ਤੇ ਜੀਵਨ ਬਦਲ ਜਾਂਦਾ ਹੈ। ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਬਣ ਜਾਂਦੇ ਨੇ, ਬਾਬਾ ਅਮਰਦਾਸ ਜੀ ਗੁਰੂ ਅਮਰਦਾਸ ਬਣ ਜਾਂਦੇ ਨੇ, ਇੱਕ ਬਾਣੀ ਦੇ ਸੰਗ ਦੇ ਨਾਲ। ਬਾਣੀ ਦੀ ਪੰਕਤੀ ਇੱਕ ਸੁਣੀ ਹੈ। ਜਦੋਂ ਆਪਾਂ ਪੰਗਤ ਦੀ ਗੱਲ ਕਰਦੇ ਹਾਂ ਤੇ ਪੰਗਤ ਦੀ ਗੱਲ ਦੇ ਵਿੱਚ ਬਰਾਬਰੀ ਹੈ, ਇੱਕ ਸਾਰਤਾ ਹੈ। ਦੂਜੀ ਗੱਲ ਆਪਾਂ ਇੱਕ ਹੋਰ ਧਰਮ ਦੀ ਦੁਨੀਆ 'ਚ ਆਪਾਂ ਸੁਣਦੇ ਹਾਂ, ਉਹ ਕਹਿੰਦੇ ਭੁੱਖੈ ਭਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜੈ। ਭੁੱਖੇ ਪੇਟ ਭਗਤੀ ਵੀ ਨਹੀਂ ਹੋ ਸਕਦੀ। ਇਸ ਕਰਕੇ ਲੰਗਰ ਦੀ ਮਰਿਆਦਾ ਵੀ ਹੈ ਕਿ ਪਹਿਲੇ ਛਕੋ, ਬਾਅਦ ਵਿੱਚ ਅੰਦਰ ਸੰਗਤ ਵਿੱਚ ਆ ਕੇ ਬੈਠ ਕੇ ਗੁਰੂ ਦੀ ਗੱਲ ਨੂੰ ਸੁਣੋ। ਜੇ ਤੁਸਾਂ ਪੇਟ ਨਹੀਂ ਭਰਿਆ ਹੋਏਗਾ, ਅੰਦਰ ਆ ਕੇ ਬੈਠੋਗੇ ਤੇ ਧਿਆਨ ਤਾਂ ਹੀ ਰਹੇਗਾ ਵੀ ਹੁਣ ਕਿਤੇ ਲੰਗਰ ਮੇਰੇ ਪਹੁੰਚਣ ਤੱਕ ਸਮਾਪਤੀ ਨਾ ਹੋ ਜਾਏ, ਮੈਂ ਪਿੱਛੇ ਹੀ ਨਾ ਰਹਿ ਜਾਵਾਂ। ਪਾਤਸ਼ਾਹ ਨੇ ਮਰਿਆਦਾ ਬਣਾ ਦਿੱਤੀ ਹੈ। ਇਹ ਮਰਿਆਦਾ ਅੱਜ ਵੀ ਤੁਸੀਂ ਦੇਖੋ, ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਹਾਂ, ਦਰਬਾਰ ਸਾਹਿਬ ਜਾਣ ਲਈ ਸਾਨੂੰ ਪਰਿਕਰਮਾ ਕਰਕੇ ਮੱਥਾ ਟੇਕਣਾ ਹੈ। ਜਦੋਂ ਅਸੀਂ ਘੰਟਾ ਘਰ ਵਾਲੇ ਪਾਸੇ, ਜਿਹਨੂੰ ਆਪਾਂ ਮੇਨ ਗੇਟ ਕਹਿ ਦਿੰਦੇ ਹਾਂ, ਉੱਥੋਂ ਐਂਟਰੀ ਕਰੀਏ, ਜਦੋਂ ਪਰਿਕਰਮਾ ਕਰਨੀ ਤੇ ਪਹਿਲੇ ਲੰਗਰ ਹਾਲ ਵਾਲਾ ਗੇਟ ਆਏਗਾ, ਉੱਥੇ ਲੰਗਰ ਛਕੋ, ਫਿਰ ਆਓ, ਫਿਰ ਪਰਿਕਰਮਾ ਕਰੋ ਤੇ ਮੱਥਾ ਟੇਕੋ ਪਾਤਸ਼ਾਹ। ਇੱਕ ਸਿਸਟਮ ਬਣਾਇਆ ਗਿਆ ਹੈ, ਮਰਿਆਦਾ ਤੈਅ ਕੀਤੀ ਗਈ ਹੈ। ਲੰਗਰ ਬਰਾਬਰੀ ਦੀ ਭਾਵਨਾ ਦੇ ਨਾਲ ਹੈ। ਆ ਪਿਛਲੇ 2 ਸਾਲਾਂ ਦੇ ਵਿੱਚ ਜਦੋਂ ਦਾ ਕਰੋਨਾ ਫੈਲਿਆ ਹੈ, ਸਾਡੀ ਇਸ ਲੰਗਰ ਦੀ ਮਰਿਆਦਾ ਨੇ ਸਾਰੀ ਦੁਨੀਆ ਵਿੱਚ ਸਾਡੀ ਇੱਕ ਵੱਖਰੀ ਪਹਿਚਾਣ ਬਣਾ ਦਿੱਤੀ ਹੈ। ਲੰਗਰ ਕੇਵਲ ਦਾਲ ਪ੍ਰਸ਼ਾਦੇ ਦਾ ਹੀ ਨਹੀਂ ਰਹਿ ਗਿਆ, ਲੰਗਰ ਆਕਸੀਜਨ ਦਾ ਵੀ ਬਣ ਗਿਆ, ਲੰਗਰ ਦਵਾਈਆਂ ਦਾ ਵੀ ਬਣ ਗਿਆ। ਜਿੱਥੇ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ, ਕੇਵਲ ਪੰਜਾਬ, ਦਿੱਲੀ ਜਾਂ ਹਿੰਦੁਸਤਾਨ ਦੀ ਗੱਲ ਨਾ ਕਰੀਏ, ਅਮਰੀਕਾ ਵਰਗੇ ਦੇਸ਼ ਦੇ ਵਿੱਚ ਵੀ, ਆਪਾਂ ਪਿਛਲੇ ਲੈਕਚਰ 'ਚ ਵੀ ਜ਼ਿਕਰ ਕੀਤਾ ਸੀ, ਉੱਥੇ ਵੀ ਜਦੋਂ ਸੇਵਾ ਦੀ ਆਪਾਂ ਗੱਲ ਕੀਤੀ ਕਿ ਉਹਨਾਂ ਨੇ ਮੰਗਿਆ ਤੇ ਹਜ਼ਾਰਾਂ ਦੀਆਂ ਹਜ਼ਾਰਾਂ ਪਲੇਟਾਂ ਦੂਜੇ ਦਿਨ ਤਿਆਰ ਹੋ ਗਈਆਂ। ਇੱਕ ਸਾਰਤਾ, ਬਰਾਬਰੀ ਹੈ। ਇਹ ਲੰਗਰ ਦੀ ਮਰਿਆਦਾ ਹੈ, ਕੋਈ ਭੇਦਭਾਵ ਨਹੀਂ। ਮੈਂ ਪਿਛਲੀ ਵਾਰੀ ਵੀ ਸ਼ਾਇਦ ਜ਼ਿਕਰ ਕੀਤਾ ਸੀ ਕਿ ਲੰਗਰ ਦੇ ਵਿੱਚ ਇੱਕ ਸਾਰਤਾ ਕਿੰਨੀ ਪ੍ਰਮੁੱਖਤਾ ਦਿੰਦੀ ਹੈ ਕਿ ਇੱਕ ਵਿਅਕਤੀ ਦਰਬਾਰ ਸਾਹਿਬ ਪੰਜਾਬ ਤੋਂ ਬਾਹਰ ਰਹਿਣ ਵਾਲਾ ਅੰਮ੍ਰਿਤਸਰ ਸਾਹਿਬ ਆਇਆ, ਦਰਬਾਰ ਸਾਹਿਬ ਮੱਥਾ ਟੇਕਿਆ, ਲੰਗਰ ਛਕਦਾ ਪਿਆ ਤੇ ਨਾਲ ਨਾਲ ਲੰਗਰ ਛਕ ਰਿਹਾ ਤੇ ਨਾਲ ਨਾਲ ਦੀਆਂ ਅੱਖਾਂ 'ਚੋਂ ਹੰਝੂ ਵਗਦੇ ਪਏ ਨੇ, ਰੋ ਰਿਹਾ। ਹੁਣ ਜਿਹੜਾ ਸੇਵਾਦਾਰ ਲੰਗਰ ਵਰਤਾ ਰਿਹਾ ਹੈ, ਉਹਦੇ ਵੱਲ ਵੇਖੀ ਜਾਂਦਾ ਵੀ ਲੰਗਰ ਵੀ ਛਕ ਰਿਹਾ ਹੈ ਤੇ ਰੋਈ ਵੀ ਜਾ ਰਿਹਾ ਹੈ। ਤੇ ਜਦੋਂ ਉਹਨੇ ਉਹਦੇ ਤੇ ਪੂਰੀ ਨਜ਼ਰ ਰੱਖੀ, ਜਦੋਂ ਉਹਨੇ ਲੰਗਰ ਛਕ ਲਿਆ, ਬਾਹਰ ਗਿਆ, ਉਹਨੇ ਬਾਹਰ ਜਾ ਕੇ ਉਹਨੂੰ ਰੋਕ ਲਿਆ ਵੀ ਭਾਈ ਕੀ ਗੱਲ, ਤੂੰ ਲੰਗਰ ਵੀ ਛਕ ਰਿਹਾ ਸੀ ਤੇ ਨਾਲ ਨਾਲ ਤੇਰੀਆਂ ਅੱਖਾਂ 'ਚੋਂ ਹੰਝੂ ਵਗੀ ਜਾਂਦੇ, ਕੀ ਕਾਰਨ ਹੈ? ਕਿ ਤੇਰੇ ਨਾਲ ਕਿਸੇ ਨੇ ਜ਼ਬਰਦਸਤੀ ਕੀਤੀ ਜਾਂ ਤੈਨੂੰ ਕੁੱਟਿਆ ਮਾਰਿਆ ਹੈ ਜਾਂ ਤੇਰੇ ਕੋਲ ਕੁਝ ਖੋਹ ਲਿਆ ਕਿਸੇ ਨੇ? ਕਹਿੰਦਾ ਨਹੀਂ, ਐਸਾ ਕੁਝ ਨਹੀਂ ਹੈ। ਮੈਂ ਜਿੱਥੇ ਕੰਮ ਕਰਦਾ, ਜਿਸ ਮਿਲ ਦੇ ਵਿੱਚ ਨੌਕਰੀ ਕਰਦਾ, ਬੜੀ ਵੱਡੀ ਮਿਲ ਹੈ। ਸਾਨੂੰ ਉਸ ਮਿਲ ਦੇ ਮਾਲਕ ਨੂੰ ਮਿਲਣ ਦੀ ਇਜਾਜ਼ਤ ਨਹੀਂ ਹੈ। ਮਾਲਕ ਕਿਤੇ ਦਫ਼ਤਰ ਹੈ, ਕਦੇ ਆਂਦਾ ਕਦੇ ਨਹੀਂ। ਸਾਡਾ ਸਾਰਾ ਕੰਮ ਜਿਹੜੇ ਉਹਦੇ ਇੰਪਲਾਈ ਨੇ, ਮੈਨੇਜਰ ਨੇ, ਉਹ ਕਰਦੇ ਨੇ, ਸਾਨੂੰ ਤਨਖਾਹ ਵੀ ਮਿਲ ਜਾਂਦੀ, ਸਭ ਕੁਝ। ਅਸੀਂ ਕਦੇ ਮਾਲਕ ਦੇ ਕਮਰੇ ਵਿੱਚ ਨਹੀਂ ਜਾ ਸਕਦੇ। ਦੂਰੋਂ ਲੰਘਦੇ ਭਾਵੇਂ ਵੇਖ ਲਏ ਵੀ ਉਹ ਸਾਡਾ ਮਾਲਕ ਜਾਂਦਾ ਪਿਆ। ਪਰ ਅੱਜ ਮੈਂ ਤਾਂ ਰੋ ਰਿਹਾ ਸੀ ਕਿ ਇਧਰ ਪੰਕਤੀ ਵਿੱਚ, ਪੰਗਤ ਵਿੱਚ ਮੈਂ ਬੈਠਾ ਤੇ ਸਾਹਮਣੇ ਪੰਗਤ ਵਿੱਚ ਮੇਰਾ ਮਾਲਕ ਬੈਠਾ, ਮੇਰੇ ਬਰਾਬਰ ਲੰਗਰ ਛਕ ਰਿਹਾ ਹੈ। ਤੇ ਮੈਂ ਇਸ ਪੰਗਤ ਦੀ, ਇਸ ਸੰਗਤ ਦੀ, ਇਸ ਲੰਗਰ ਦੀ ਮਰਿਆਦਾ ਕਰਕੇ ਅੱਜ ਉਹਦੇ ਬਰਾਬਰ ਬੈਠ ਕੇ ਪ੍ਰਸ਼ਾਦਾ ਛਕਿਆ। ਇਹ ਪ੍ਰਾਪਤੀ ਹੈ। ਇਹ ਸਾਡੀ ਲੰਗਰ ਤੇ ਪੰਗਤ ਦੀ ਮਹਾਨਤਾ ਹੈ, ਇਹ ਸੰਗਤ ਦੀ ਮਹਾਨਤਾ ਹੈ। ਕਿਤੇ ਵੀ ਕੋਈ ਆਇਆ ਹੋਵੇ, ਕਿਸੇ ਵੀ ਜਾਤੀ, ਕਿਸੇ ਵੀ ਧਰਮ,
ਕਿਸੇ ਵੀ ਇਲਾਕੇ ਦਾ ਕੋਈ ਹੋਵੇ, ਨਾ ਸੰਗਤ ਵਿੱਚ ਮਨਾਈ ਹੈ ਨਾ ਪੰਗਤ ਵਿੱਚ ਮਨਾਈ ਹੈ। ਇਹ ਬਰਾਬਰੀ ਦੀ ਭਾਵਨਾ, ਇਹ ਗੁਰੂ ਸਾਹਿਬ ਦਾ ਸੰਦੇਸ਼ ਹੈ। ਇਹ ਗੁਰੂ ਸਾਹਿਬ ਦੇ ਸੰਦੇਸ਼ ਨੂੰ ਅਸੀਂ ਸੁਣੀਏ, ਪੜ੍ਹੀਏ, ਵਿਚਾਰੀਏ ਤੇ ਆਪਣੇ ਜੀਵਨ ਵਿੱਚ ਵੀ ਲਾਗੂ ਕਰੀਏ। ਫਿਰ ਆਪਾਂ ਉਹੀ ਗੱਲ ਕਰਾਂਗੇ, ਕੇਵਲ ਸੁਣਨ ਪੜਨ ਨਾਲ ਕੁਝ ਨਹੀਂ ਹੋਣਾ। ਮੁਬਾਰਕ ਹੈ ਕਿ ਤੁਸੀਂ ਇੱਥੇ ਸਾਰੇ ਆਉਂਦੇ ਹੋ। ਇਹ ਬੜੀ ਚੰਗੀ ਗੱਲ ਹੈ ਕਿ ਤੁਹਾਡੇ ਵਿੱਚ ਕੁਝ ਐਸੀ ਭਾਵਨਾ ਹੈ ਔਰ ਸੱਚਮੁੱਚ ਤੁਸੀਂ ਸੁਣਨ ਔਰ ਪੜਨ ਤੋਂ ਵੀ ਅੱਗੇ ਜਾਂਦੇ ਹੋ, ਤਾਂ ਹੀ ਤੁਸੀਂ ਇੱਥੇ ਆ ਰਹੇ ਹੋ। ਨੇ ਸੁਣਨ ਪੜਨ ਵਾਲੇ ਤਾਂ ਜਿੱਥੇ ਮਰਜ਼ੀ ਜਾ ਕੇ ਜੋ ਮਰਜ਼ੀ ਆਪਾਂ ਕਰ ਸਕਦੇ ਹਾਂ। ਗੁਰੂ ਸਾਹਿਬ ਕਿਰਪਾ ਕਰਨ। ਹੁਣ ਤੱਕ ਤੁਸੀਂ ਬੜੇ ਸਾਰੇ ਵੱਖ-ਵੱਖ ਵਿਸ਼ਿਆਂ ਤੇ ਵਿਚਾਰ ਸਰਵਣ ਕੀਤੇ ਨੇ, ਆਉਣ ਵਾਲੇ ਸਮੇਂ ਵਿੱਚ ਵੀ ਕਰਨੇ ਨੇ, ਤੇ ਅਸੀਂ ਆਪਣੀ ਇਸ ਸਿੱਖਣ ਵਾਲੀ ਇਸ ਭਾਵਨਾ ਨੂੰ ਨਾਲ ਲੈ ਕੇ ਚੱਲੀਏ ਤੇ ਇਸ ਕੋਰਸ ਤੋਂ ਅਸੀਂ ਇਹੀ ਫਾਇਦਾ ਚੁੱਕੀਏ ਕਿ ਅਸੀਂ ਗੁਰਮਤ ਦੇ ਵੱਖ-ਵੱਖ ਵਿਸ਼ਿਆਂ ਨੂੰ ਸਮਝੀਏ ਤੇ ਅੱਗੇ ਸਮਝਾਈਏ ਤੇ ਆਪ ਆਪਣੇ ਜੀਵਨ ਨੂੰ ਉਸ ਹਿਸਾਬ ਨਾਲ ਚਲਾਉਣ ਦਾ ਯਤਨ ਕਰੀਏ, ਤਾਂ ਹੀ ਸਾਡੀ ਸਾਰਿਆਂ ਦੀ ਕਾਮਯਾਬੀ ਹੈ, ਪ੍ਰਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਹਿਲਾ ਟੌਪਿਕ ਜਿਹੜਾ ਅਸੀਂ ਕੀਤਾ ਪੰਜਾਬੀ ਲੈਂਗੁਏਜ ਦਾ, ਤੇ ਜਿਵੇਂ ਪ੍ਰਕਾਸ਼ ਸਿੰਘ ਵੀਰ ਜੀ ਕਹਿ ਕੇ ਗਏ, ਸ਼ੁਰੂਆਤ ਸਾਨੂੰ ਆਪਣੇ ਤੋਂ ਕਰਨੀ ਪਏਗੀ। ਤੇ ਮੈਂ ਸਭ ਨੂੰ ਇੱਕ ਰਿਕੁਐਸਟ ਕਰਾਂਗਾ, ਅਸੀਂ ਗਰੁੱਪ ਦੇ ਵਿੱਚ ਜੋ ਵੀ ਕਨਵਰਜੇਸ਼ਨ ਕਰਨੇ ਆ, ਜੋ ਵੀ ਕੁਝ ਅਸੀਂ ਆਪਣੇ ਵਿਚਾਰ ਸ਼ੇਅਰ ਕਰਨੇ ਨੇ, ਅਸੀਂ ਕੋਸ਼ਿਸ਼ ਕਰੀਏ। ਸਾਡੇ ਕੋਲ ਹੋ ਸਕਦਾ ਹੈ ਪੰਜਾਬੀ ਟਾਈਪਿੰਗ ਨਾ ਹੋਵੇ ਮੋਬਾਈਲ ਵਿੱਚ, ਜਾਂ ਲੋਕਾਂ ਨੂੰ ਪੰਜਾਬੀ ਟਾਈਪਿੰਗ ਈਜ਼ੀ ਨਾ ਹੋਵੇ, ਤੇ ਅਸੀਂ ਜੋ ਵੀ ਆਪਣਾ ਮੈਸੇਜ ਦੇਣਾ ਉਹ ਕੋਸ਼ਿਸ਼ ਕਰੀਏ ਉਹ ਪੰਜਾਬੀ ਦਿਆ ਕਰੀਏ। ਇੱਕ ਤਾਂ ਕੀ ਹੁੰਦਾ ਕਿ ਅਸੀਂ ਕੋਈ ਦੂਸਰੀ ਲੈਂਗੁਏਜ ਯੂਜ਼ ਕਰਨੇ ਆ, ਤੇ ਕਈ ਵਾਰ ਹੋ ਜਾਂਦਾ ਹੈ ਕਿ ਜੋ ਅਸੀਂ ਆਪਣੇ ਦਿਲ ਦੇ ਭਾਵ ਨੇ ਉਹ ਪੂਰੀ ਤਰ੍ਹਾਂ ਦੱਸ ਹੀ ਨਹੀਂ ਪਾਉਂਦੇ, ਔਰ ਦੂਸਰਾ ਉਹਨੂੰ ਗਲਤ ਇੰਟਰਪ੍ਰੇਟ ਕਰ ਲੈਂਦਾ, ਔਰ ਉਹਦੀ ਵਜ੍ਹਾ ਨਾਲ ਉਲਝਣਾਂ ਪੈਦਾ ਹੋ ਜਾਂਦੀਆਂ ਨੇ। ਤੇ ਇੱਕ ਬੇਨਤੀ ਹੈ ਕਿ ਅਸੀਂ ਜੋ ਵੀ ਗੱਲਾਂ ਕਰੀਏ ਉਹ ਪੰਜਾਬੀ ਦੇ ਵਿੱਚ ਕਰੀਏ, ਜਦੋਂ ਵੀ ਅਸੀਂ ਆਪਣੇ ਵਿਚਾਰ ਰੱਖਣੇ ਨੇ ਕਿਸੇ ਵੀ ਟੌਪਿਕ ਦੇ ਉੱਤੇ। ਹਾਂ, ਵੈਸੇ ਵੌਇਸ ਮੈਸੇਜ ਦੇ ਨਾਲ ਵੀ ਆਪਣਾ ਅਸੀਂ ਭੇਜ ਸਕਦੇ ਹਾਂ। ਥੈਂਕ ਯੂ ਵੀਰ ਜੀ, ਇਹ ਬਹੁਤ ਅੱਛਾ ਸਾਧਨ ਹੈਗਾ। ਔਰ ਅਦਰਵਾਈਜ਼ ਹੁਣ ਵੌਇਸ ਟਾਈਪਿੰਗ ਦਾ ਵੀ ਆ ਚੁੱਕਾ ਹੈ ਕਿ ਅਗਰ ਤੁਸੀਂ ਵੌਇਸ ਟਾਈਪਿੰਗ ਕਰੋਗੇ ਤਦ ਵੀ ਪੰਜਾਬੀ ਮੈਸੇਜ ਆ ਸਕਦਾ ਹੈ। ਇਸ ਤੋਂ ਇਲਾਵਾ ਇੱਕ ਜਿਹੜਾ ਹੁਣੇ ਵੀਰ ਜੀ ਨੇ ਟੌਪਿਕ ਲਿਆ ਸੰਗਤ ਤੇ ਪੰਗਤ ਦਾ, ਸੰਗਤ ਦੇ ਟੌਪਿਕ ਦੇ ਉੱਤੇ ਕੱਲ ਮੈਂ ਜਦੋਂ ਗੁਰਬਾਣੀ ਦੀ ਪੰਕਤੀਆਂ ਸਰਚ ਕਰ ਰਿਹਾ ਸੀ ਔਰ ਕੁਝ ਥੋੜਾ ਜਿਹਾ ਆਪ ਵੀ ਪੜ੍ਹ ਰਿਹਾ ਸੀ, ਕਿਉਂਕਿ ਮੈਨੂੰ ਪਤਾ ਸੀ ਸ਼ਾਇਦ ਸਟੇਜ ਦੀ ਸੇਵਾ ਮੈਨੂੰ ਮਿਲ ਜਾਏ, ਤੇ ਸੰਗਤ ਦਾ ਟੌਪਿਕ ਪੜ੍ਹਦਿਆਂ ਹੋਇਆਂ 1297 ਅੰਕ ਤੇ ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਕਾਨੜਾ ਰਾਗ ਦੇ ਵਿੱਚ ਮੈਨੂੰ ਲੱਭਿਆ। ਬਹੁਤ ਸੋਹਣਾ ਸ਼ਬਦ। ਮੈਂ ਪਹਿਲੀ ਪੰਕਤੀਆਂ ਅਗਰ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਜਪਮਨ ਗੋਵਿੰਦ ਮਾਧੋ ਹਰ ਹਰ ਅਗਮ ਅਗਾਦੋ। ਉਸ ਸ਼ਬਦ ਦੇ ਵਿੱਚ ਜਦੋਂ ਮੈਂ ਤੀਸਰੀ ਪੰਕਤੀ ਪੜ੍ਹੀ ਤੇ ਸੰਗਤ ਦਾ ਜ਼ਿਕਰ ਕਰਦੇ ਹੋਏ ਗੁਰੂ ਸਾਹਿਬ ਨੇ ਲੋਹੇ ਦਾ ਜ਼ਿਕਰ ਕੀਤਾ ਹੈ। ਲੋਹੇ ਦੀ ਸੰਗਤ ਹੋਈ ਹੈ ਪਾਰਸ ਦੇ ਨਾਲ। ਪਾਰਸ ਦੇ ਨਾਲ ਲੋਹਾ ਜਦੋਂ ਛੂਇਆ ਤੇ ਉਹ ਸੋਨਾ ਬਣ ਗਿਆ। ਬਟ ਤੀਸਰੀ ਤੋਂ ਬਾਅਦ ਜਦੋਂ ਚੌਥੀ ਪੰਕਤੀ ਤੇ ਆਇਆ ਤੇ ਚੌਥੀ ਪੰਕਤੀ 'ਚ ਗੁਰੂ ਸਾਹਿਬ ਜ਼ਿਕਰ ਕਰ ਰਹੇ ਨੇ ਉਸੇ ਲੋਹੇ ਦਾ। ਉਹ ਲੋਹਾ ਜਦੋਂ ਲੱਕੜ ਦੇ ਨਾਲ ਛੂਇਆ ਤੇ ਉਹ ਲੋਹਾ ਤਰ ਗਿਆ। ਸੋਚ ਮੇਰੀ ਬੜੀ ਛੋਟੀ ਸੀ, ਬਟ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਸੋਨਾ ਤੇ ਬੜਾ ਮਹਿੰਗਾ ਹੈ, ਇੱਕ ਕਿਸ਼ਤੀ ਬਣੀ ਲੋਹਾ ਲੱਕੜ ਦੇ ਨਾਲ ਮਿਲ ਕੇ, ਤੁਸੀਂ ਉਹਨੂੰ ਚੌਥੀ ਪੰਕਤੀ 'ਚ ਕਿਉਂ ਲਿਖਿਆ? ਤੇ ਗੁਰੂ ਸਾਹਿਬ ਨੇ ਸੋਝੀ ਬਖਸ਼ੀ ਕਿ ਦੇਖ, ਇੱਕ ਸਿਰਫ ਦੁਨਿਆਵੀ ਉન્નਤੀ ਦੀ ਗੱਲ ਹੋ ਰਹੀ ਹੈ ਔਰ ਚੌਥੀ ਪੰਕਤੀ ਦੇ ਵਿੱਚ ਤਰਨ ਤਾਰਨ ਦੀ ਗੱਲ ਹੋ ਰਹੀ ਹੈ। ਸਾਨੂੰ ਲੱਭਣਾ ਹੈ ਅਸੀਂ ਸੰਗਤ ਕਿਹਦੀ ਕਰਨੀ ਹੈ। ਜਿੰਨੀ ਸੋਹਣੀ ਸੰਗਤ ਤੁਸੀਂ ਕਰੋਗੇ ਨਾ, ਜਿਸ ਵਿਅਕਤੀ ਦੀ ਸੰਗਤ ਕਰੋਗੇ, ਉਹ ਗੁਣ ਤੁਹਾਡੇ ਦੇ ਵਿੱਚ ਆਣੇ ਸ਼ੁਰੂ ਹੋ ਜਾਣਗੇ। ਪੜ੍ਹਨਾ ਹੈ ਸ਼ਬਦ ਨੂੰ, ਬਹੁਤ ਡੂੰਘਾਈ ਹੈ। ਔਰ ਮੈਂ ਤੇ ਕਹਿੰਦਾ ਗੁਰੂ ਸਾਹਿਬ ਦਾ ਬੜਾ ਤਰਸ ਹੈ ਕਿ ਗੁਰੂ ਸਾਹਿਬ ਅਰਥ ਨਹੀਂ ਕਰਕੇ ਗਏ, ਜਾਂ ਮੇਰੇ ਵਰਗਿਆਂ ਨੂੰ ਬੜਾ ਸ਼ੌਂਕ ਹੁੰਦਾ ਕਿ ਅਸੀਂ ਅਰਥ ਕਰ ਲਈਏ, ਬਟ ਗੁਰੂ ਸਾਹਿਬ ਅਰਥ ਨਹੀਂ ਕਰ ਗਏ ਨਾ, ਤੇ ਉਹ ਡੂੰਘਾਈ ਬਹੁਤ ਗਹਿਰੀ ਹੈ। ਜਿਹੜਾ ਸਿੱਖ ਜਿੰਨੀ ਗਹਿਰਾਈ ਦੇ ਵਿੱਚ ਜਾ ਕੇ ਡੁਬਕੀ ਲਗਾਏਗਾ ਨਾ, ਉਹਨੂੰ ਉਹੋ ਜਿਹੇ ਹੀਰੇ ਲੱਭ ਜਾਣਗੇ। ਦੂਸਰੀ ਗੱਲ ਜੋ ਮੈਂ ਆਪ ਜੀ ਨਾਲ ਸ਼ੇਅਰ ਕਰਨਾ ਚਾਹੁੰਦਾ ਸੰਗਤ ਤੇ ਪੰਗਤ ਦੀ,
ਪੰਗਤ ਦੇ ਵਿੱਚ ਵੀਰ ਜੀ ਨੇ ਜਿਵੇਂ ਦੱਸਿਆ ਹੀ ਆਪ ਜੀ ਨੂੰ ਕਿ ਇਕੁਐਲਿਟੀ ਦਾ ਸਿਧਾਂਤ ਹੈ, ਉਹ ਸਭ ਨੂੰ ਪਤਾ ਹੈ। ਅਸੀਂ ਚਾਹੀਦਾ ਹੈ ਸੰਗਤ ਦੇ ਪੰਗਤ ਦੇ ਵਿੱਚ ਜਦੋਂ ਵੀ ਬੈਠੀਦਾ ਹੈ, ਸਭ ਤੋਂ ਪਹਿਲੇ ਸਾਨੂੰ ਇਕੁਐਲਿਟੀ ਸਿੱਖਣ ਨੂੰ ਮਿਲਦੀ ਹੈ। ਉਸ ਤੋਂ ਇਲਾਵਾ ਜੋ ਸਭ ਤੋਂ ਅੱਛਾ ਸੀਖ ਹੋਰ ਹੈਗੀ ਉਹ ਹੈ ਡਿਸਿਪਲਿਨ ਦੀ, ਜੋ ਸ਼ਾਇਦ ਸਾਡੇ ਚੋਂ ਗੁਆਚਦਾ ਜਾ ਰਿਹਾ ਹੈ। ਪੰਗਤ ਲੱਗ ਹੀ ਤਾਂ ਸਕਦੀ ਹੈ ਜਦ ਤੁਹਾਡੇ ਡਿਸਿਪਲਿਨ ਹੋਏਗਾ, ਲਾਈਨ ਕ੍ਰੀਏਟ ਹੀ ਨਹੀਂ ਹੋ ਸਕਦੀ ਉਸ ਤੋਂ ਬਗੈਰ। ਸਿੱਖੀ ਇੱਕ ਡਿਸਿਪਲਿਨ ਦਾ ਰੂਪ ਹੈ, ਅਸੀਂ ਡਿਸਿਪਲਿਨ ਗਵਾਈ ਜਾ ਰਹੇ ਹਾਂ। ਤੇ ਸੰਗਤ ਤੇ ਪੰਗਤ ਦੇ ਜੋ ਕਨਸੈਪਟ ਨੇ ਨਾ, ਜੋ ਅਸੀਂ ਸਿੱਖਣਾ ਹੈ, ਇਕੁਐਲਿਟੀ ਤੇ ਡਿਸਿਪਲਿਨ, ਪਲੀਜ਼ ਰਿਕੁਐਸਟ ਹੈ ਅਸੀਂ ਇਹਨੂੰ ਸਭ ਨੂੰ ਫੋਲੋ ਕਰੀਏ ਆਪਣੀ ਲਾਈਫ ਦੇ ਵਿੱਚ, ਔਰ ਸਾਡੇ ਚੇਂਜ ਆਉਣਾ ਸ਼ੁਰੂ ਹੋ ਜਾਏਗਾ। ਮੈਂ ਇਹਨਾਂ ਹੀ ਸ਼ਬਦਾਂ ਦੇ ਨਾਲ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਨੂੰ ਕਿ ਉਹ ਵੀਰ ਹਰਪਾਲ ਸਿੰਘ ਜੀ ਦਾ ਸਤਿਕਾਰ ਕਰਨਗੇ। ਬੋਲੇ ਸੋ ਨਿਹਾਲ। ਇੱਕ ਹੋਰ ਇੰਪੋਰਟੈਂਟ ਅਨਾਉਂਸਮੈਂਟ, ਜਿਹੜੀ ਕਾਫੀ ਸੰਗਤਾਂ ਦੇ ਸਵਾਲ ਆ ਰਹੇ ਨੇ, ਜੋ ਅਸੀਂ ਤੁਹਾਨੂੰ 12 ਤਰੀਕ ਦੇ ਟੈਸਟ ਪੇਪਰ ਵਾਸਤੇ ਕਿਹਾ ਸੀ, ਆਓ ਬਣੀਏ ਗੁਰਸਿੱਖ ਪਿਆਰਾ ਦਾ ਟੈਸਟ। ਇੱਥੇ ਜਿਹੜੇ ਸਾਡਾ ਦੋਨੋਂ ਸੈਸ਼ਨ ਹੋਣਗੇ, ਉਹ ਸੈਸ਼ਨਸ ਦੇ ਖਤਮ ਹੋਣ ਤੋਂ ਬਾਅਦ ਅਸੀਂ ਲੰਗਰ ਹੀ ਤੁਹਾਡਾ ਥੋੜ੍ਹਾ ਜਿਹਾ ਲੇਟ ਕਰਾਂਗੇ, ਔਰ ਉਹ 15 ਤੋਂ 20 ਮਿੰਟ ਦਾ ਟੈਸਟ ਹੋਏਗਾ। MCQ ਟੈਸਟ ਹੈ, 4 ਆਪਸ਼ਨਸ ਹੋਣਗੇ ਜਾਂ ਫਿਰ 1 ਵਰਡ ਆਨਸਰ ਹੋਏਗਾ। ਪਹਿਲੇ ਵੀ ਦੱਸਿਆ ਗਿਆ ਸੀ, ਦੁਬਾਰਾ ਦੱਸ ਰਹੇ ਹਾਂ। ਕਈਆਂ ਨੇ ਹਾਲੇ ਤੱਕ WhatsApp ਤੇ ਜੋ ਲਿੰਕ ਆਇਆ ਸੀ ਉਹ ਫਿਲ ਨਹੀਂ ਕੀਤਾ ਹੈ ਫਾਰਮ, ਬਟ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੈ। ਅਗਰ ਤੁਸੀਂ ਨਹੀਂ ਕੀਤਾ ਬਟ ਫਿਰ ਵੀ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ, ਤੁਸੀਂ ਸਿਲੇਬਸ ਦੀ ਤਿਆਰੀ ਕਰ ਲਈ ਹੈ ਤੇ ਤੁਸੀਂ ਉਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ। ਕੋਈ ਹੋਰ ਕੁਐਰੀ ਅਗਰ ਉਸ ਤੇ ਰਿਲੇਟਡ ਹੋਏ ਤੇ ਕਿੰਨੇ ਕੁਐਸਚਨ ਆਣਗੇ? ਇਹ ਥੋੜਾ ਜਿਹਾ ਸਸਪੈਂਸ ਹੈ, 15 ਤੋਂ 20 ਮਿੰਟ ਦਾ। ਹਾਂ, ਮਗਰ ਇੰਨਾ ਹੋਏਗਾ ਕਿ ਤੁਸੀਂ ਉਹ ਪੇਪਰ ਜਿਨ੍ਹਾਂ ਨੂੰ ਆਂਦਾ ਹੋਏਗਾ ਉਹ 7 ਤੋਂ 8 ਮਿੰਟ ਹੀ ਕਰ ਲੈਣਗੇ, ਲੈਂਥੀ ਨਹੀਂ ਹੈ। ਉਹਦੇ ਰਿਲੇਟਡ ਜੋ ਡਿਫਾਈਨ ਕੀਤਾ ਹੋਇਆ ਉਹਦੇ ਰਿਲੇਟਡ ਕੁਐਸਚਨ ਹੋਏਗਾ, ਉਹਦੇ ਰਿਲੇਟਡ ਹੀ ਕੁਐਸਚਨ ਆਏਗਾ ਤੇ ਉਹਨੂੰ ਕੁਐਸਚਨ ਸ਼ੇਪ ਵਿੱਚ ਹੀ ਦੇ ਪਾਵਾਂਗੇ, ਕਿਉਂਕਿ ਅਸੀਂ ਇੱਥੇ ਕੋਈ ਤੁਹਾਨੂੰ ਉਹਨਾਂ ਦੀ ਫੋਟੋਜ਼ ਵਗੈਰਾ ਨਹੀਂ ਦੇ ਪਾਵਾਂਗੇ। ਤੇ ਉਹਨਾਂ ਦਾ ਜੋ ਡਿਸਕ੍ਰਾਈਬ ਕੀਤਾ ਹੋਇਆ ਉਸ ਪਰਸਨੈਲਿਟੀ ਦੇ ਬਾਰੇ ਜਾਂ ਉਹਦੀ ਅਚੀਵਮੈਂਟ ਦੇ ਬਾਰੇ, ਉਹਦੇ ਰਿਲੇਟਡ ਕੁਐਸਚਨ ਹੋਣਗੇ। ਬਹੁਤ ਬਹੁਤ ਧੰਨਵਾਦ ਜੀ। ਅਸੀਂ ਹੁਣ ਤੁਹਾਨੂੰ ਸਭ ਨੂੰ ਪਤਾ ਹੈ ਗੁਰਦੁਆਰਾ ਸਾਹਿਬ ਪਹੁੰਚਣਾ ਹੈ ਲੰਗਰ ਹਾਲ ਦੇ ਵਿੱਚ, ਔਰ ਸੰਗਤ ਦੇ ਪੰਗਤ ਦਾ ਹੀ ਕੰਸੈਪਟ ਅਸੀਂ ਫੋਲੋ ਕਰਾਂਗੇ ਲੰਗਰ ਹਾਲ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।